ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 26 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਆਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਕਵਰ ਕੈਲੀਫੋਰਨੀਆ ਦੇ ਤਹਿਤ ਤੁਸੀਂ ਹੈਲਥ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 4082722500 ਦੇ ਉੱਤੇ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503 ਦੇ ਉੱਤੇ। ਇਸ ਦੇ ਨਾਲ ਨਾਲ ਸਪਾਂਸਰ ਕਰਦੇ ਨੇ ਮਨਜੀਤ ਕੁਲਾਰ, ਅਵਤਾਰ ਸਿੰਘ ਮੰਜਲ। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰੋ ਨਿਰਮਲ ਮਾਨ ਹੁਣਾਂ ਨੂੰ 8888889914 ਦੇ ਉੱਤੇ। ਗੁਰਮੇਲ ਸਿੰਘ ਲੱਦੜ, ਬੇਕਰਸਫੀਲਡ, ਲਖਬੀਰ ਸਿੰਘ ਸਮਰਾਟ ਟੈਕਸਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ, ਐਲ ਗਰੋਵ, ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਆਪਾਂ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਅਗੇਂਸਟ ਕੇਸ ਸੀਗੇ, ਉਹ ਜੈਕ ਸਮਿਥ ਜੋ US ਦਾ ਪ੍ਰੋਸੀਕਿਊਟਰ ਆ ਉਸਨੇ ਡ੍ਰੌਪ ਕਰ ਦਿੱਤੇ ਆ, ਕਿਉਂਕਿ ਹੁਣ ਉਹ ਸਿਟਿੰਗ ਪ੍ਰੈਜ਼ੀਡੈਂਟ ਹੋਣ ਤੇ ਰੂਲ ਦੇ ਮੁਤਾਬਕ ਉਹਨਾਂ ਦੇ ਕੇਸ ਨਹੀਂ ਚਲਾਏ ਜਾ ਸਕਦੇ। ਉਹਦੇ ਬਾਰੇ ਡਿਸਕਸ ਕਰਾਂਗੇ। ਉਹ ਤੋਂ ਬਾਅਦ ਟੈਰਿਫਸ ਨੂੰ ਲੈ ਕੇ ਹੋਰ ਟੈਕਸ 25% ਦੇ ਕਰੀਬ ਵਧਾਉਣ ਲਈ ਖਾਸ ਕਰਕੇ ਆਪਣੇ ਦੋਨੇ ਗੁਆਂਢੀ ਮੁਲਕ ਮੈਕਸੀਕੋ ਤੇ ਕੈਨੇਡਾ ਜੋ ਟਰੰਪ ਉਹਨਾਂ ਨੇ ਕਿਹਾ ਆ ਵੀ ਲਾਗੂ ਕਰਨ ਜਾ ਰਹੇ ਆ, ਉਹਦੇ ਨਾਲ ਕਾਫੀ ਜਿਹੜਾ ਝਟਕਾ ਲੱਗਾ ਹੈਗਾ ਆ। ਦੋਨੋਂ ਮੁਲਕ ਤੱਤੇ ਆ, ਕਾਰਾਂ ਦੇ ਸ਼ੇਅਰ, ਕਾਰ ਕੰਪਨੀਆਂ ਦੇ ਕਾਫੀ ਡਿੱਗ ਗਏ ਆ, ਕਿਉਂਕਿ ਜਿਹੜੇ ਪਾਰਟਸ ਉੱਥੇ ਬਣਦੇ ਉਹਨਾਂ ਦੇ ਜੇ ਇੰਨਾ ਟੈਕਸ ਲੱਗਣਾ ਆ, ਸੋ ਨੈਚੁਰਲੀ ਉਹਦਾ ਅਸਰ ਪੈਣਾ ਆ। ਸੋ ਸਭ ਤੋਂ ਪਹਿਲਾਂ ਆਪਾਂ ਜੇ ਖਬਰ ਵੱਲ ਆਈਏ ਤੇ ਫੈਡਰਲ ਜਿਹੜਾ ਕ੍ਰਿਮੀਨਲ ਕੇਸ ਸੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਉੱਤੇ 2020 ਦੀਆਂ ਇਲੈਕਸ਼ਨਸ ਇੰਟਰਫੇਰੈਂਸ ਨੂੰ ਲੈ ਕੇ ਤੇ ਮਿਸ ਹੈਂਡਲਿੰਗ ਆਫ ਕਲਾਸੀਫਾਈਡ ਡਾਕੂਮੈਂਟਸ, ਦੋ ਸੀਗੇ ਮੇਨ। ਇਹ ਹੁਣ ਅੱਗੇ ਪਰਸੂ ਨਹੀਂ ਹੋਣਗੇ। 1 ਜੁਲਾਈ 15 ਨੂੰ US ਡਿਸਟ੍ਰਿਕਟ ਜੱਜ ਆਈਲਿਨ ਕੈਨਨ ਜੋ ਫਲੋਰੀਡਾ ਦੇ ਵਿੱਚ ਆ, ਉਹਨਾਂ ਨੇ ਜੋ ਮਿਸ ਹੈਂਡਲਿੰਗ ਆਫ ਕਲਾਸੀਫਾਈਡ ਡਾਕੂਮੈਂਟ ਵਾਲਾ ਕੇਸ ਸੀ ਜੋ ਸਮਿਥ ਨੇ ਫਾਈਲ ਕੀਤਾ ਸੀਗਾ, ਜੈਕ ਸਮਿਥ ਨੇ, ਉਸ ਨੂੰ ਡਿਸਮਿਸ ਕਰ ਦਿੱਤਾ ਸੀਗਾ ਕਨਸਟੀਟਿਊਸ਼ਨਲ ਗਰਾਊਂਡ ਦੇ ਉੱਤੇ। ਇਸ ਤੋਂ ਬਾਅਦ ਹੁਣ ਜਿਹੜਾ ਇੰਟਰਫੀਅਰੈਂਸ ਇਨ 2020 ਇਲੈਕਸ਼ਨ ਵਾਲਾ ਕੇਸ ਆ, ਉਹ ਵੀ ਜਿਹੜਾ ਉਹਨਾਂ ਨੇ ਇਹ ਕਿਹਾ ਵੀ ਅਸੀਂ ਇਸ ਨੂੰ ਵਿਡਰॉ ਕਰਨ ਜਾ ਰਹੇ ਹਾਂ। ਫੈਡਰਲ ਜੱਜ ਤਾਨੀਆ ਚੁਟਕਨ ਜਿਹੜਾ ਉਹਨਾਂ ਦੇ ਕੋਲ ਇਹ ਟਰਾਇਲ ਸੀਗਾ ਵਾਸ਼ਿੰਗਟਨ DC ਦੇ ਵਿੱਚ ਮਾਰਚ ਦੇ ਵਿੱਚ ਇਹ ਸ਼ੁਰੂ ਹੋਇਆ ਸੀਗਾ। ਜੁਲਾਈ ਦੇ ਵਿੱਚ ਸੁਪਰੀਮ ਕੋਰਟ ਟਰੰਪ ਉਹਨਾਂ ਦੀ ਆਰਗੂਮੈਂਟਸ ਦੇ ਨਾਲ ਸਾਈਡ ਕੀਤੀ ਸੀ ਵੀ ਜੋ ਪ੍ਰੈਜ਼ੀਡੈਂਟ ਆ ਉਹਨਾਂ ਨੂੰ ਇਮਿਊਨਿਟੀ ਮਿਲਣੀ ਚਾਹੀਦੀ ਹੈਗੀ ਆ, ਪਰ ਉਸ ਟਾਈਮ ਦੇ ਉੱਤੇ ਹਜੇ ਉਹ ਇਲੈਕਟ ਨਹੀਂ ਹੋਏ ਸੀ, ਕਿਉਂਕਿ ਹੁਣ ਪ੍ਰੈਜ਼ੀਡੈਂਟ ਇਲੈਕਟ ਹੈਗੇ ਆ। ਸੋ ਜਿਹੜੇ ਚਾਰਜਸ ਆ ਇਹ ਡ੍ਰੌਪ ਕੀਤੇ ਗਏ ਹੈਗੇ। ਫੈਡਰਲ ਪ੍ਰੋਸੀਕਿਊਟਰ ਨਿਯਮਾ ਰਹਿਮੀ ਉਹਨਾਂ ਨੇ BBC ਨੂੰ ਦੱਸਿਆ ਵੀ ਇਹ ਇੱਕ ਵੈਲ ਐਸਟੈਬਲਿਸ਼ਡ ਫੈਕਟ ਹੈਗਾ ਆ ਵੀ ਸਿਟਿੰਗ ਪ੍ਰੈਜ਼ੀਡੈਂਟ ਪ੍ਰੋਸੀਕਿਊਟ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਜਿਹੜੀ ਡਿਪਾਰਟਮੈਂਟ ਨੇ ਡਿਟਰਮਨ ਕੀਤਾ ਹੈ ਵੀ ਡਿਪਾਰਟਮੈਂਟ ਆਫਿਸ ਆਫ ਦਾ ਲੀਗਲ ਕਾਉਂਸਲ ਵੀ ਅਸੀਂ ਜਿਹੜਾ ਇਹ ਕੇਸ ਆ ਇਸ ਨੂੰ ਵਿਡਰॉ ਕਰਨ ਜਾ ਰਹੇ ਹਾਂ। ਹਾਲਾਂਕਿ ਜਿਹੜੇ ਉਹਨਾਂ ਦੇ ਹੋਰ ਦੋ ਸਾਥੀ ਆ ਉਹਨਾਂ ਦੇ ਉੱਤੇ ਜਿਹੜਾ ਕੇਸ ਆ ਉਹ ਚੱਲਦਾ ਰਹੂਗਾ। ਜੀ ਬਿਲਕੁਲ। ਸੋ ਇਹ ਕਨਸਟੀਟਿਊਸ਼ਨਲ ਜਿੱਦਾਂ ਤੁਸੀਂ ਦੱਸਿਆ ਵੀ ਹੈਗਾ ਆ, ਪ੍ਰੈਜ਼ੀਡੈਂਟ ਇਲੈਕਟ ਜਾਂ ਸਿਟਿੰਗ ਪ੍ਰੈਜ਼ੀਡੈਂਟ ਦੇ ਉੱਤੇ ਇੱਦਾਂ ਨਹੀਂ ਹੋ ਸਕਦੇ ਵੀ ਇਹ ਇਸ ਲਈ ਮੱਦ ਜਿਹੜੀ ਉਹ ਰੱਖੀ ਗਈ ਆ ਵੀ ਨਹੀਂ ਤਾਂ ਕੋਈ ਵੀ ਪ੍ਰੈਜ਼ੀਡੈਂਟ ਦੇ ਉਲਟ ਪੋਲੀਟੀਕਲ ਵੈਂਡੇਟਾ ਦੇ ਤਹਿਤ ਜਿਹੜੇ ਕੇਸ ਕਰਦਾ ਰਹੂਗਾ ਤਾਂ ਉਹ ਉਸ ਦੇ ਵਿੱਚ ਉਲਝਣ ਰਹੂਗੀ। ਨਾਲੇ ਰੀਸੈਂਟਲੀ ਆਪਾਂ ਇਹ ਵੀ ਦੇਖਿਆ ਵੀ ਜਿਹੜੇ ਸੁਪਰੀਮ ਕੋਰਟ ਸੀ ਉਹਨਾਂ ਨੇ ਵੀ
ਪ੍ਰੈਜ਼ੀਡੈਂਟ ਟਰੰਪ ਹੋਣਾ ਨੂੰ ਅਫੀਸ਼ੀਅਲ ਕਾਰਜ ਕਰਦੇ ਹੋਏ, ਜਿਹੜਾ ਵੀ ਕੋਈ ਅਫੀਸ਼ੀਅਲ ਕਾਰਜ ਕਰਦੇ ਆ ਤਾਂ ਉਸ ਦਰਮਿਆਨ ਉਹਨਾਂ ਨੂੰ ਇਮਿਊਨਿਟੀ ਜਿਹੜੀ ਉਹ ਦੇ ਦਿੱਤੀ ਸੀਗੀ। ਸੋ ਇਹ ਹੁਣ ਦੇਖਣਾ 2020 ਦਾ ਇਹ ਮਸਲਾ ਸੀਗਾ। ਉਸ ਤੋਂ ਬਾਅਦ ਇਵੈਂਚੁਅਲੀ ਜੈਕ ਸਮਿਥ ਹੋਣਾ ਨੂੰ ਇਹ ਆਪਣੀ ਜਿਹੜੀ ਇਹ ਕਲਾਸੀਫਾਈਡ ਡਾਕੂਮੈਂਟਸ ਤੇ ਅਬਸਟਰਕਸ਼ਨ ਵਾਲੇ ਮਾਮਲੇ ਦੇ ਵਿੱਚ ਕਾਫੀ ਲੰਮਾ ਸਮਾਂ ਜਿਹੜਾ ਉਹ ਲੱਗਾ ਹੈਗਾ ਆ। ਜਿਹੜੇ ਰਿਪਬਲਿਕਨਸ ਆ ਉਹ ਜੈਕ ਸਮਿਥ ਹੋਣਾ ਨੂੰ ਲੈ ਕੇ ਉਹਨਾਂ ਦੀ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਲਾਇਆ ਗਿਆ ਆ ਉਸ ਦੇ ਉੱਤੇ ਵੀ ਜਿਹੜੇ ਉਹ ਸਵਾਲ ਚੱਕਦੇ ਰਹੇ ਆ। ਕੱਲ ਉਹਨਾਂ ਨੇ 6 ਪੇਜਾਂ ਦੀ ਸਬਮਿਸ਼ਨ ਜਿਹੜੀ ਉਹ ਕੀਤੀ ਸੀਗੀ ਤੇ ਉਸ ਤੋਂ ਬਾਅਦ ਦੇ ਵਿੱਚ ਸਾਰਾ ਕੁਝ ਕੀਤਾ ਗਿਆ। ਸੋ 2 ਫੈਡਰਲ ਕੇਸ ਸੀਗੇ ਟਰੰਪ ਹੋਣਾ ਦੇ ਉੱਤੇ, ਜਿਹੜੇ ਇੰਟਰਫੀਅਰੈਂਸ ਇਨ 2020 ਇਲੈਕਸ਼ਨ ਤੇ ਟੌਪ ਸੀਕ੍ਰੇਟ ਡਾਕੂਮੈਂਟ ਦਾ ਜਿਹੜਾ ਕੇਸ ਆ, ਉਹਨਾਂ ਮਾਮਲਿਆਂ ਦੇ ਵਿੱਚ ਹੁਣ ਜਿਹੜੇ ਟਰੰਪ ਹੋਣੀ ਆ ਉਹ ਇੱਕ ਹਿਸਾਬ ਦੇ ਨਾਲ ਬਰੀ ਹੋਣਗੇ। ਉਹ ਫਰਕ ਜਿਹੜੇ ਇਸ ਦੇ ਵਿੱਚੋਂ ਹੋ ਜਾਣਗੇ। ਸੋ ਇਹ ਚੀਜ਼ ਜਿਹੜੀ ਹੁਣ ਕਨਫਰਮ ਪਹਿਲਾਂ ਵੀ ਸੀਗੀ ਤੇ ਉਹ ਹੁਣ ਹੋ ਜਾਣ ਰਹੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਅੱਜ ਦੀ ਕਹਿ ਸਕਦੇ ਆ ਵੀ ਅਹਿਮ ਖਬਰ ਆ, ਜਿਹਨੇ ਸਾਰੇ ਪਾਸੇ ਜਿਹੜੀ ਆ ਉਹ ਤੜਥੱਲੀ ਜਿਹੜੀ ਉਹ ਮਚਾਈ ਹੈਗੀ ਆ। ਇਸ ਮਾਮਲੇ ਦੇ ਵਿੱਚ ਟਰੰਪ ਹੋਣਾ ਨੇ ਕਿਹਾ ਵੀ ਪਹਿਲੇ ਦਿਨ ਆਉਂਦਿਆਂ ਉਹਨਾਂ ਦਾ ਇਸ ਟਾਈਮ ਥੱਦਾ ਤਿਆਰ ਹੋ ਰਿਹਾ ਆ। ਥੱਦੇ ਤੋਂ ਭਾਵ ਵੀ ਐਗਜ਼ੈਕਟਿਵ ਆਰਡਰਸ ਆ ਉਹਨਾਂ ਦੇ ਬਹੁਤ ਸਾਰੇ ਜਿਹੜੇ ਆ ਉਹ ਰੈਡੀ ਕੀਤੇ ਜਾ ਰਹੇ ਆ, ਚਾਹੇ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਨੇ ਤੇ ਚਾਹੇ ਜਿਹੜੇ ਆ ਜੀ ਉਹ ਟੈਰਿਫਸ ਨੂੰ ਜਿਹੜਾ ਉਹ ਲੈ ਕੇ ਆ। ਸੋ ਉਹ ਚੀਜ਼ ਹੁਣ ਸਾਹਮਣੇ ਆ ਰਹੀ ਆ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹ ਇੰਪੋਰਟਡ ਗੁੱਡਸ ਦੇ ਉੱਤੇ ਪਹਿਲੇ ਦਿਨ ਤੋਂ ਹੀ ਜਿਹੜਾ ਟੈਰਿਫ ਲਾਉਣ ਦੇ ਹੱਕ ਦੇ ਵਿੱਚ ਨੇ। ਉਹਨਾਂ ਨੇ ਇਹ ਕਿਹਾ ਵੀ 25% ਟੈਰਿਫ ਮੈਕਸੀਕਨ ਕੈਨੇਡੀਅਨ ਮਰਚੈਂਡਾਈਜ਼ ਦੇ ਉੱਤੇ ਤੇ ਚਾਈਨੀਜ਼ ਗੁੱਡਸ ਦੇ ਉੱਤੇ 10% ਜਿਹੜਾ ਟੈਰਿਫ ਆ ਉਹ ਲਿਆਂਦਾ ਜਾਊਗਾ। ਜੇ ਇਸ ਮੌਕੇ ਇਹ ਆਪਣੇ ਕੈਂਪੇਨ ਟ੍ਰੇਲ ਦੇ ਉੱਤੇ ਸੀ ਤਾਂ ਇਹਨਾਂ ਨੇ ਟੈਰਿਫਸ ਲਾਉਣ ਦੀ ਗੱਲ ਜਿਹੜੀ ਉਹ ਆਖੀ ਸੀਗੀ। ਉਸ ਤੋਂ ਬਾਅਦ ਦੇ ਵਿੱਚ ਇਹ ਕਿਹਾ ਸੀਗਾ ਵੀ ਟੈਰਿਫ ਲਾਉਣ ਦੇ ਨਾਲ ਤੇ ਡਿਮਾਂਡ ਐਂਡ ਸਪਲਾਈ ਤੇ ਬਹੁਤ ਜ਼ਿਆਦਾ ਅਸਰ ਪਊਗਾ, ਲੋਕਾਂ ਨੂੰ ਸ਼ਾਇਦ ਹੋਰ ਮਹਿੰਗੀਆਂ ਚੀਜ਼ਾਂ ਜਿਹੜੀਆਂ ਖਰੀਦਣੀਆਂ ਪੈਣ। ਤਾਂ ਉਹਨਾਂ ਦਾ ਇਹ ਜਵਾਬ ਸੀਗਾ ਵੀ ਭਾਈ ਟੈਰਿਫ ਲਾ ਕੇ ਅਸੀਂ ਉਹਨਾਂ ਨੂੰ ਟੇਬਲ ਦੇ ਉੱਤੇ ਲਿਆਉਣਾ ਆ, ਨੈਗੋਸ਼ੀਏਟ ਜਿਹੜੀ ਆ ਉਹ ਕੀਤੀ ਜਿਹੜੀ ਉਹ ਜਾਊਗੀ। ਉਧਰ ਜਿਹੜੇ ਟੌਮ ਹੋਮਨ ਨੇ ਜਿਨ੍ਹਾਂ ਨੂੰ ਉਹਨਾਂ ਨੇ ਬਾਰਡਰ ਜ਼ਾਰ ਜਿਹੜਾ ਉਹ ਲਾਇਆ ਆ, ਉਹਨਾਂ ਨੇ US ਮੈਕਸੀਕੋ ਬਾਰਡਰ ਦੇ ਉੱਤੇ ਅੱਜ ਜਿਹੜੇ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਆ ਉਹਨਾਂ ਦੇ ਨਾਲ ਜਿਹੜਾ ਉਹ ਦੌਰਾ ਕਰਨਾ ਆ। ਅਮਰੀਕਨਸ ਉੱਦਾਂ ਤਾਂ ਲੋਅਰ ਪ੍ਰਾਈਸਿਸ ਜਿਹੜੀਆਂ ਚਾਹੁੰਦੇ ਆ, ਇਕਨੋਮੀ ਦਾ ਬੁਰਾ ਹਾਲ ਆ ਹੁਣ, ਪਰ ਕਈ ਰਿਪਬਲਿਕਨਸ ਇਹ ਕਹਿਣ ਲੱਗੇ ਵੀ ਕਿਉਂਕਿ ਹੁਣ ਚਲੋ ਪ੍ਰੈਜ਼ੀਡੈਂਟ ਇਲੈਕਟ ਹੋ ਗਏ ਆ ਤੇ ਸਭ ਕੁਝ ਜਿਹੜਾ ਉਹ ਠੀਕ ਹੋ ਜਾਊਗਾ। ਪਰ ਕੀ ਟੈਰਿਫਸ ਲਾਉਣ ਦੇ ਨਾਲ ਪ੍ਰਾਈਸਿਸ ਵਾਕਿਆ ਲੋਅਰ ਹੋਣਗੇ ਜਾਂ ਲੋਕਾਂ ਨੂੰ ਹੋਰ ਹਾਇਰ ਪ੍ਰਾਈਸਿਸ ਦਾ ਜਿਹੜਾ ਉਹ ਸਾਹਮਣਾ ਜਿਹੜਾ ਉਹ ਕਰਨਾ ਪਊਗਾ। ਅਮਰੀਕਨਸ ਦੀ ਸ਼ਾਇਦ ਉਹ ਜਿਹੜੀ ਤਮੰਨਾ ਆ ਅਜੇ ਜਲਦੀ ਕਿਤੇ ਪੂਰੀ ਹੁੰਦੀ ਨਜ਼ਰ ਉਹਨਾਂ ਨੂੰ ਨਹੀਂ ਆਊਗੀ। ਮਹਿੰਗਾਈ ਦੀ ਮਾਰ ਟੈਰਿਫਸ ਤੋਂ ਬਾਅਦ ਦੇ ਵਿੱਚ ਉਹ ਝੱਲਣੀ ਪੈ ਸਕਦੀ ਆ, ਪਰ ਇਹ ਦੇਖਣਾ ਹੋਊਗਾ ਵੀ ਕਿੰਨੀ ਜਲਦੀ ਜੇ ਟੈਰਿਫ ਲਾਉਣ ਤੋਂ ਬਾਅਦ ਦੇ ਵਿੱਚ ਨੈਗੋਸ਼ੀਏਸ਼ਨ ਕਰਕੇ ਜਿਹੜਾ ਸਮਾਨ ਆ ਅਸਲ ਦੇ ਵਿੱਚ ਮਹਿੰਗਾ ਹੋਊਗਾ। ਇੱਕ ਜਿਹੜੀ ਹਰਜੋਤ ਸਿੰਘ ਜੀ ਜਿਹੜੀ USMCA ਪਾਲਿਸੀ ਦੇ ਤਹਿਤ ਬਹੁਤ ਸਾਰੇ ਬਾਹਰਲੇ ਮੁਲਕ ਜਿਨ੍ਹਾਂ ਦਾ ਸਮਾਨ ਵੈਸੇ ਤਾਂ ਆਊਟ ਆਫ ਕੈਨੇਡਾ ਜਾਂ ਆਊਟ ਆਫ ਮੈਕਸੀਕੋ ਬਣਦਾ ਆ, ਉਹਨਾਂ ਨੇ ਆਪਣੀਆਂ ਅਸੈਂਬਲੀ ਲਾਈਨਸ ਮੈਕਸੀਕੋ ਦੇ ਵਿੱਚ ਬਣਾਈਆਂ ਹੋਈਆਂ ਆ ਤਾਂ ਜੋ ਮੈਕਸੀਕੋ ਦੇ ਵਿੱਚ ਉਸ ਨੂੰ ਅਸੈਂਬਲ ਕਰਕੇ ਜਦ ਅਮਰੀਕਾ ਦੇ ਵਿੱਚ ਉਹ ਦਾਖਲ ਹੁੰਦੇ ਆ ਤਾਂ ਉਹਨਾਂ ਨੂੰ ਟੈਰਿਫਸ ਦਾ ਜਿਹੜਾ ਸਾਹਮਣਾ ਆ ਉਹ ਨਾ ਕਰਨਾ ਪਵੇ। ਪਰ ਹੁਣ ਇਹ ਉਸ ਚੀਜ਼ ਦੇ ਉੱਤੇ ਵੀ ਜਿਹੜੀ ਉਹ ਮਾਰ ਪਾਉਣਾ ਚਾਹੁੰਦੇ ਨੇ ਤੇ 25% ਤੱਕ ਜਿਹੜਾ ਟੈਰਿਫ ਆ ਉਹ ਲਿਆਉਣ ਬਾਰੇ ਗੱਲ ਕਰ ਰਹੇ ਆ। ਲੌਂਗ ਟਰਮ ਪਲਾਨ ਤਾਂ ਹੋ ਸਕਦਾ ਵੀ ਇਹਨਾਂ ਦਾ ਇਹ ਹੋਵੇ ਵੀ ਅਸੀਂ ਜ਼ਿਆਦਾ ਜਿਹੜੀਆਂ ਫੈਕਟਰੀਆਂ ਜਾਂ ਮੈਨੂਫੈਕਚਰਿੰਗ ਅਮਰੀਕਾ 'ਚ ਲਿਆਈਏ, ਪਰ ਹਾਲ ਦੀ ਘੜੀ ਐਡੀ ਜਲਦੀ ਐਡੇ ਵੱਡਾ ਜਿਹੜੀ ਸੱਟ ਮਾਰ ਕੇ ਟੈਰਿਫ ਦੇ ਉੱਤੇ ਟੈਰਿਫ ਦੇ ਨਾਲ ਇਹ ਫਰਕ ਪੈ ਸਕੂਗਾ, ਇਹ ਸ਼ਾਇਦ ਆਪਾਂ ਨੂੰ ਥੋੜਾ ਲੌਂਗ ਰਨ ਦੇ ਵਿੱਚ ਦੇਖਣਾ ਪਵੇਗਾ ਜੀ। ਸੋ ਬਿਲਕੁਲ ਚਾਈਨਾ ਤੇ ਮੈਕਸੀਕੋ ਨੇ ਵਾਰਨਿੰਗ ਦਿੱਤੀ ਹੈਗੀ ਆ ਟ੍ਰੇਡ ਵਾਰ ਦੇ ਅਗੇਂਸਟ। ਚਾਈਨਾ ਕਹਿੰਦੇ ਵੀ ਪਹਿਲਾਂ ਤੋਂ ਹੀ ਇਸ ਮਾਮਲੇ 'ਚ ਪ੍ਰਪੇਅਰ ਕਰ ਰਿਹਾ ਸੀ ਕਾਫੀ ਲੰਬੇ ਸਮੇਂ ਤੇ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਪ੍ਰੈਜ਼ੀਡੈਂਟ ਟਰੰਪ ਹੁਣੀ ਜਿੱਤਣਗੇ ਤੇ ਇਹ ਸਾਡੇ ਉੱਤੇ ਜਿਹੜਾ ਹੋਰ ਟੈਕਸ ਜਿਹੜਾ ਟੈਰਿਫਸ ਆ ਉਸ ਨੂੰ ਵਧਾਉਣਗੇ। ਗਲੋਬਲ ਇਕੋਨੋਮਿਸਟ ਕਿਊ ਜਿਨ ਉਹਨਾਂ ਨੇ ਇਹ ਕਿਹਾ ਆ ਵੀ ਵੈਰੀ ਲਾਈਕਲੀ ਡੋਨਲਡ ਟਰੰਪ ਇਸ ਦੇ ਥਰੂ ਨਹੀਂ ਜਾਣਗੇ ਵੈਰੀ ਹਾਈ ਨੰਬਰਸ ਔਨ ਟੈਰਿਫ।
ਵੀ ਲਾਊਗੇ ਤਾਂ ਜ਼ਰੂਰ ਇੰਨਾ ਨਹੀਂ ਹੋ ਸਕਦਾ ਵੀ ਬਹੁਤ ਜ਼ਿਆਦਾ ਟੈਰਿਫ ਚਾਈਨਾ ਦੇ ਉੱਤੇ ਲਾਉਣ। ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ 25% ਟੈਰਿਫ ਉਹਨਾਂ ਚੀਜ਼ਾਂ ਦੇ ਉੱਤੇ ਲੱਗੂਗਾ ਜੋ ਕੈਨੇਡਾ ਤੋਂ ਤੇ ਮੈਕਸੀਕੋ ਤੋਂ ਅਮਰੀਕਾ ਦੇ ਵਿੱਚ ਆ ਰਹੀਆਂ, ਤੇ ਪਹਿਲੇ ਦਿਨ ਤੋਂ ਹੀ ਇਹ ਲਾਗੂ ਹੋਊਗਾ। ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਵੀ ਪਹਿਲੇ ਦਿਨ ਉਹ ਐਗਜ਼ੀਕਿਊਟਿਵ ਆਰਡਰ ਜਾਰੀ ਕਰਨਗੇ। ਕਹਿੰਦੇ 10% ਹੋਰ ਟੈਕਸ ਚਾਈਨਾ ਦੀਆਂ ਚੀਜ਼ਾਂ ਦੇ ਉੱਤੇ ਲੱਗੂਗਾ, ਸੋ ਲਗਭਗ 35% ਇਹ ਲੱਗੂਗਾ ਟੈਕਸ ਇਹਦੇ ਉੱਤੇ। ਚਾਈਨਾ ਵਾਲਿਆਂ ਨੇ ਇਹ ਕਿਹਾ ਆ ਵੀ ਨੋ ਵਨ ਵਿਲ ਵਿਨ ਏ ਟ੍ਰੇਡ ਵਾਰ, ਵੀ ਇਹਦੇ ਨਾਲ ਕੋਈ ਵੀ ਜਿੱਤੂਗਾ ਨਹੀਂ, ਵੀ ਆਪਾਂ ਵੀ ਲਾਵਾਂਗੇ ਵੀ ਫਾਇਦਾ ਨਹੀਂ ਹੋਊਗਾ। ਤੇ ਮੈਕਸੀਕੋ ਦੇ ਪ੍ਰੈਜ਼ੀਡੈਂਟ ਨੇ ਇਹ ਕਿਹਾ ਆ ਵੀ ਟੈਰਿਫ ਜਿਹੜੇ ਆ ਇਹ ਯੂਐਸ ਦੀ ਡਰੱਗ ਪ੍ਰੋਬਲਮ ਨੂੰ ਸੋਲਵ ਨਹੀਂ ਕਰਨਗੇ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੁਣਾਂ ਨੇ ਕਿਹਾ ਵੀ ਮੈਂ ਟਰੰਪ ਹੁਣਾਂ ਦੇ ਨਾਲ ਕੱਲ ਰਾਤੀ ਗੱਲਬਾਤ ਕੀਤੀ ਹੈਗੀ ਆ, ਤੇ ਉਹ ਤੋਂ ਬਾਅਦ ਉਹਨਾਂ ਨੇ ਜਿਹੜੇ ਉਹਨਾਂ ਦੇ ਮੁਲਕ ਦੇ ਪ੍ਰੀਮੀਅਰਸ ਹੈਗੇ ਆ ਵੱਖ-ਵੱਖ ਸਟੇਟਾਂ ਦੇ, ਉਹਨਾਂ ਨੂੰ ਵੀ ਦੱਸ ਦਿੱਤਾ ਹੈਗਾ ਵੀ ਇਹਦੇ ਨਾਲ ਵਰਕਰਸ ਦੇ ਉੱਤੇ ਬੜਾ ਵੱਡਾ ਅਸਰ ਪਊਗਾ, ਵੀ ਹੋਪਫੁਲੀ ਅਸੀਂ ਕੁਛ ਨਾ ਕੁਛ ਨੈਗੋਸ਼ੀਏਸ਼ਨ ਇਸ ਮਾਮਲੇ ਦੇ ਵਿੱਚ ਕਰਾਂਗੇ। ਸੋ ਕਾਫੀ ਜੇ ਅੱਜ ਦੀ ਨਿਊਜ਼ ਦੇਖੀ ਜਾਵੇ ਤੇ ਮੇਨ ਇਹੀ ਆ ਵੀ ਜੋ ਟੈਰਿਫਸ ਨੂੰ ਲੈ ਕੇ ਆਪਣੇ ਗੁਆਂਢੀ ਮੁਲਕਾਂ ਦੇ ਉੱਤੇ, ਸੋ ਇਹਦਾ ਜਿਹੜਾ ਅਸਰ ਆ ਬਹੁਤ ਜ਼ਿਆਦਾ ਉਹਨਾਂ ਦੇ ਉੱਤੇ ਪਊਗਾ। ਨੈਚੁਰਲੀ ਆਪਣੇ ਉੱਤੇ ਵੀ ਪਊਗਾ ਕਿਉਂਕਿ ਚੀਜ਼ਾਂ ਦਾ ਜਿਹੜਾ ਕੀਮਤਾਂ ਆ ਉਹ ਜ਼ਰੂਰ ਵਧਣਗੀਆਂ। ਬਿਲਕੁਲ ਆਪਣੇ ਗੁਆਂਢੀ ਮੁਲਕ ਕੈਨੇਡਾ ਦੀ ਜਿਹੜੀ ਪ੍ਰੈਜ਼ੀਡੈਂਟ ਨਵੀਂ ਬਣੀ ਆ ਕਲੌਡੀਆ ਸ਼ੇਨਬਾਮ, ਉਹਨੇ ਉਹਦਾ ਜਿਹੜਾ ਥੋੜਾ ਜਿਹਾ ਝੁਕਾ ਰਸ਼ੀਆ ਵੱਲ ਵੀ ਹੈਗਾ ਆ, ਤੇ ਉਹਨਾਂ ਨੇ ਇਹ ਕਿਹਾ ਵੀ ਮੈਕਸੀਕੋ ਦੀਆਂ ਗੁੱਡਸ ਜੋ ਆ ਰਹੀਆਂ ਹੈਗੀਆਂ ਅਮਰੀਕਾ ਦੇ ਵਿੱਚ, ਚਾਹੇ ਉਹ ਡਰੱਗਸ, ਉਸ ਨੂੰ ਤੇ ਇਲੀਗਲ ਲੋਕਾਂ ਨੂੰ ਬਾਰਡਰ ਦੇ ਰਾਹੀਂ ਜੋ ਐਂਟਰ ਹੋ ਰਿਹਾ ਉਹ ਰੋਕੂਗਾ ਨਹੀਂ। ਸੋ ਇੱਕ ਜ਼ਰੂਰ ਇਹਨਾਂ ਨੇ ਕੰਡੀਸ਼ਨ ਲਾਈ ਹੈਗੀ ਆ ਕਿ ਅਸੀਂ ਟੈਰਿਫ ਤੇ ਵਿਚਾਰ ਕਰ ਸਕਦੇ ਹਾਂ ਵੀ ਜੇ ਪੂਰੀ ਤਰ੍ਹਾਂ ਮੈਕਸੀਕੋ ਵਾਲੇ ਸਾਡੀ ਹੈਲਪ ਕਰਨ ਵੀ ਬਾਰਡਰ ਤੋਂ ਇਲੀਗਲ ਕ੍ਰਾਸਿੰਗ ਜਿਹੜੀ ਆ ਉਹ ਬੰਦ ਹੋਵੇ। ਜੀ, ਜਿਹੜੇ ਲੋਕ ਸੋਚ ਰਹੇ ਸੀ ਵੀ ਟਰੰਪ ਹੁਣਾਂ ਦੇ ਆਉਣ ਦੇ ਨਾਲ ਸਭ ਚੀਜ਼ਾਂ ਜਿਹੜੀਆਂ ਸਸਤੀਆਂ ਹੋਣਗੀਆਂ, ਉਹ ਸਾਲ ਦੇ $2600-2700 ਐਕਸਟਰਾ ਜਿਹੜੇ ਖਰਚਣ ਦੇ ਲਈ ਰੈਡੀ ਹੋ ਜਾਣ। ਰੀਜ਼ਨ ਇਹ ਆ ਵੀ ਇਹਨਾਂ ਟੈਰਿਫਸ ਦੇ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਹਿੰਦੇ ਵੀ ਮਹਿੰਗੀਆਂ ਜਿਹੜੀਆਂ ਹੋ ਸਕਦੀਆਂ। ਇਹ ਪਾਲਿਸੀ ਚੇਂਜ ਇਹਦੇ ਨਾਲ ਕਹਿੰਦੇ ਵੀ ਅਮਰੀਕਾ ਦੀ ਸਪਲਾਈ ਚੇਨ ਦੇ ਉੱਤੇ ਕਾਫੀ ਵੱਡਾ ਜਿਹੜਾ ਉਹ ਅਸਰ ਪੈ ਸਕਦਾ ਆ। ਸੋ ਇਹ ਵੀ ਹੋਣਗੇ ਕਈ ਲੋਕ, ਚਲੋ ਕੋਈ ਨਹੀਂ, ਜਿੱਥੇ ਇੰਨਾ ਚਿਰ ਚੱਲਿਆ ਥੋੜਾ ਚਿਰ ਹੋਰ ਸਹੀ, ਇਵੈਂਚੁਅਲੀ ਜਿਹੜਾ ਉਹ ਠੀਕ ਹੋਊਗਾ, ਇਹ ਆਸ ਸਾਰਿਆਂ ਨੂੰ ਜਿਹੜੀ ਉਹ ਰਹਿੰਦੀ ਆ। ਪਰ ਕੀ ਟਰੰਪ ਹੋਣਾ ਦੇ ਇੱਦਾਂ ਕਰਨ ਦੇ ਨਾਲ ਵਾਕਈ ਅਸਰ ਪਊਗਾ? ਐਵਰੀਬਡੀ ਵਾਂਟਸ ਵੀ, ਹੁਣ ਹਰ ਇੱਕ ਜਣਾ ਇਹ ਚਾਹੁੰਦਾ ਆ ਵੀ ਚੀਜ਼ਾਂ ਜਿਹੜੀਆਂ ਉਹ ਸਸਤੀਆਂ ਹੋਣੀਆਂ ਚਾਹੀਦੀਆਂ ਆ। ਸੋ ਉਹਦੇ ਵਿੱਚ ਆਈ ਥਿੰਕ ਸਭ ਤੋਂ ਵੱਡਾ ਜਿਹੜਾ ਇੱਕ ਕਾਰਨ ਰਹੂਗਾ ਤੇਲ ਦੀਆਂ ਕੀਮਤਾਂ ਨੂੰ ਲੈ ਕੇ। ਜੇ ਤੇਲ ਦੀਆਂ ਕੀਮਤਾਂ ਇਵੈਂਚੁਅਲੀ ਘਟਣੀਆਂ ਸ਼ੁਰੂ ਹੋਈਆਂ ਜਾਂ ਘਟਦੀਆਂ ਨੇ ਤਾਂ ਉਹਦੇ ਨਾਲ ਲੋਕਾਂ ਦੇ ਉੱਤੇ ਬਾਕੀ ਹੋਰ ਚੀਜ਼ਾਂ ਤੇ ਅਸਰ ਪਊਗਾ। ਪਰ ਸਪਲਾਈ ਡਿਮਾਂਡ ਦੀ ਜਿਹੜੀ ਰੌਲਾ ਰੱਪਾ ਆ ਉਸ ਦੇ ਦਰਮਿਆਨ ਇਹ ਸਭ ਕੁਝ ਹੋ ਸਕਦਾ। ਇਹਦੇ ਨਾਲ ਇਹ ਵੀ ਹੋਊਗਾ ਹਰਜੋਤ ਸਿੰਘ ਜੀ, ਇੱਕ ਤਾਂ ਚਲੋ ਹੌਲੀਡੇ ਸੀਜ਼ਨ ਆ ਰਿਹਾ, ਬਹੁਤ ਸਾਰੇ ਜਿਹੜੇ ਰੀਟੇਲਰਸ ਆ ਮੇ ਵੀ ਇਹ ਟੈਰਿਫ ਲੱਗਣ ਤੋਂ ਪਹਿਲਾਂ ਸਮਾਨ ਜ਼ਿਆਦਾ ਮੰਗਾ ਕੇ ਵੀ ਜਿਹੜਾ ਉਹ ਰੱਖ ਸਕਦੇ ਆ। ਲਾਸਟ ਟਾਈਮ ਵੀ ਜਦੋਂ ਕੋਵਿਡ ਜਾ ਰਿਹਾ ਸੀ, ਉਹਦੀ ਬਾਏ ਹੋ ਰਹੀ ਸੀ, ਤਾਂ ਉਸ ਦਰਮਿਆਨ ਜਿਹੜੇ ਲੋਕਾਂ ਨੇ ਜਦੋਂ ਸਪਲਾਈ ਚੇਨ ਬਿਲਕੁਲ ਟੁੱਟ ਚੁੱਕੀ ਸੀਗੀ, ਬੜਾ ਕੰਮ ਖਰਾਬ ਹੋਇਆ ਪਿਆ ਸੀ, ਤਾਂ ਉਸ ਤੋਂ ਬਾਅਦ ਦੇ ਵਿੱਚ ਜਦੋਂ ਸਾਰੀ ਸਪਲਾਈ ਪਹੁੰਚੀ ਤਾਂ ਓਵਰ ਸਟਾਕਿੰਗ ਜਿਹੜੀ ਆ ਉਹ ਸਾਰਿਆਂ ਦੀ ਹੋ ਚੁੱਕੀ ਸੀ, ਓਵਰ ਇਨਵੈਂਟੋਰੀ ਜਿਹੜੀ ਉਹ ਹੋਈ ਸੀਗੀ। ਸੋ ਹੁਣ ਇਹ ਦੇਖਣਾ ਪਊਗਾ ਵੀ ਇਸ ਜਿਹੜੇ ਟੈਰਿਫਸ ਦੇ ਚੱਲਦੇ ਆ ਕੀ ਅਸਰ ਜਿਹੜਾ ਉਹ ਪੈਂਦਾ ਹੈ। ਜਿੱਦਾਂ ਤੁਸੀਂ ਕਿਹਾ ਵੀ ਮੈਕਸੀਕੋ ਦੀ ਜਿਹੜੀ ਪ੍ਰੈਜ਼ੀਡੈਂਟ ਆ ਉਹਨੇ ਕਿਹਾ ਵੀ ਅਸੀਂ ਵੀ 25% ਜਿਹੜਾ ਆ ਉਹ ਠੋਕ ਦੇਣਾ ਹੈ ਟੈਰਿਫ, ਜੇ ਉਧਰੋਂ ਟਰੰਪ ਹੋਣਾ ਨੇ ਜਿਹੜਾ ਉਹ ਠੋਕਿਆ ਹੈਗਾ ਆ। 2018 ਦੇ ਵਿੱਚ ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਹੁੰਦੇ ਸੀ ਐਂਡਰੇਸ ਮੈਨੂਅਲ ਲੋਪੇਜ਼ ਓਬਰਾਡੋਰ, ਉਹ ਓਲਡ ਸਕੂਲ ਪੋਲੀਟੀਸ਼ੀਅਨ ਸੀਗਾ। ਉਸਨੇ ਅੰਦਰ ਖਾਤੇ ਜਿਹੜੇ ਟਰੰਪ ਦੇ ਨਾਲ ਰਿਲੇਸ਼ਨਸ਼ਿਪ ਠੀਕ ਠਾਕ ਜਿਹੜਾ ਉਹ ਬਣਾ ਕੇ ਰੱਖਿਆ ਸੀ, ਤਾਂ ਉਹਨਾਂ ਦੋਨਾਂ ਨੇ ਇਹ ਸਮਝੌਤਾ ਬਣਾਇਆ ਸੀ, ਠੀਕ ਆ ਭਾਈ, ਅਸੀਂ ਤੇਰੇ ਤੇ ਟਰੰਪ ਉਹਨਾਂ ਨੂੰ ਕਹਿੰਦੇ ਵੀ ਤੂੰ ਟੈਰਿਫ ਨਾ ਲਾ, ਅਸੀਂ ਜਿਹੜੇ ਮਾਈਗ੍ਰੈਂਟਸ ਆ ਉਹਨਾਂ ਨੂੰ ਬਾਰਡਰ ਤੋਂ ਪਰੇ ਜਿਹੜਾ ਉਹ ਰੱਖਾਂਗੇ। ਇਹਦੇ ਨਾਲ ਦੋਨਾਂ ਮੁਲਕਾਂ ਨੂੰ ਜਿਹੜਾ ਉਹ ਫਾਇਦਾ ਹੋਇਆ ਸੀ। ਸੋ ਹੋ ਸਕਦਾ ਆ ਵੀ ਇਸ ਵਾਰ ਵੀ ਕੋਈ ਇਦਾਂ ਦਾ ਸਮਝੌਤਾ ਮੈਕਸੀਕੋ ਦੇ ਨਾਲ ਹੋਵੇ, ਜਾਂ ਇੱਕ ਆਰਮ ਟਵਿਸਟ ਕਰਨ ਦੀ ਹੀ ਇੱਕ ਕੋਸ਼ਿਸ਼ ਹੈ ਟਰੰਪ ਹੋਣਾ ਦੀ ਮੈਕਸੀਕੋ ਨੂੰ, ਖਾਸ ਕਰਕੇ ਵੀ ਭਾਈ ਤੁਹਾਡੀ ਬਾਂਹ ਅਸੀਂ ਟੈਰਿਫ ਦੇ ਨਾਲ ਮਰੋੜਾਂਗੇ ਜੇ ਤੁਸੀਂ ਸਾਡੇ ਬਾਰਡਰ ਨੂੰ ਸਿਕਿਉਰ ਕਰਨ ਦੇ ਵਿੱਚ ਮਦਦ ਨਹੀਂ ਕੀਤੀ। ਉਦਾਂ ਇੱਕ ਚੀਜ਼ ਤਾਂ ਹੋਈ ਸੀ, ਜਿਹੜਾ ਇੱਕ ਕਾਰਵਾਂ ਤੁਰਿਆ ਸੀਗਾ ਟਰੰਪ ਇਲੈਕਸ਼ਨ ਦੇ ਰਿਜ਼ਲਟ ਤੋਂ ਪਹਿਲਾਂ,
ਉਹ ਮੈਕਸੀਕੋ ਵਾਲਿਆਂ ਨੇ ਖਦੇੜ ਦਿੱਤਾ ਸੀਗਾ, ਉਹਨੂੰ ਬਾਰਡਰ ਤੱਕ ਜਿਹੜਾ ਉਹ ਨਹੀਂ ਸੀ ਜਿਹੜਾ ਉਹ ਪਹੁੰਚਣ ਦਿੱਤਾ। ਸੋ ਵੱਡੀਆਂ ਜਿਹੜੀਆਂ ਚੇਂਜਿਸ ਆ ਹਰਜੋਤ ਸਿੰਘ ਜੀ ਇਹ ਆ ਰਹੀਆਂ ਨੇ, ਤੇ ਇਸ ਤੋਂ ਇਲਾਵਾ ਇਮੀਗ੍ਰੇਸ਼ਨ ਨੂੰ ਲੈ ਕੇ ਤੇ ਹੋਰ ਇਹਨਾਂ ਨੇ ਮੈਨੂੰ ਲੱਗਦਾ ਵੀ ਹੈਲਥ ਨੂੰ ਲੈ ਕੇ ਵੀ ਬਹੁਤ ਸਾਰੇ ਜਿਹੜੇ ਐਗਜ਼ੈਕਟਿਵ ਆਰਡਰਸ ਆ ਫਸਟ ਡੇ ਜਿਹੜੇ ਆ ਉਹ ਟਰੰਪ ਹੋਣਾ ਨੇ ਲੈ ਕੇ ਆਉਣੇ ਆ। ਸੋ ਆਪਾਂ ਨੂੰ ਰੈਡੀ ਰਹਿਣਾ ਪੈਣਾ ਆ ਵੀ ਕਈ ਕੁਝ ਜਿਹੜਾ ਹੋਊਗਾ। ਬਹੁਤ ਸਾਰੀਆਂ ਜਿਹੜੀਆਂ ਨਿਊਜ਼ ਅਪਡੇਟਸ ਆ ਖਾਸ ਕਰਕੇ 20 ਜਨਵਰੀ ਤੋਂ ਬਾਅਦ ਦੇ ਵਿੱਚ ਜਾਂ ਉਸਦੇ ਇਰਦ ਗਿਰਦ ਆਪਾਂ ਨੂੰ ਜਿਹੜੀਆਂ ਉਹ ਪਤਾ ਲੱਗਣੀਆਂ ਸ਼ੁਰੂ ਹੋਣਗੀਆਂ, ਜਿੱਦਾਂ ਆਪਾਂ ਨੂੰ ਇਹ ਟੈਰਿਫ ਦੇ ਬਾਰੇ ਹੁਣੇ ਹੀ ਨਵੰਬਰ ਦੇ ਵਿੱਚ ਜਿਹੜਾ ਉਹ ਪਤਾ ਲੱਗਾ ਹੈਗਾ ਆ। ਜੀ ਜਿਹੜੇ ਇਮੀਗ੍ਰੈਂਟਸ ਹੈਗੇ ਆ ਉਹ ਆਲ ਓਵਰ ਅਮਰੀਕਾ ਹੁਣ ਇਸ ਰਸ਼ ਦੇ ਵਿੱਚ ਆ ਵੀ ਕਿਸ ਤਰ੍ਹਾਂ ਜੋ ਟਰੰਪ ਹੁਣੀ ਆਪਣਾ ਕ੍ਰੈਕਡਾਊਨ ਕਰਨਗੇ ਇਮੀਗ੍ਰੇਸ਼ਨ ਦੇ ਉੱਤੇ ਉਸ ਤੋਂ ਬਚਿਆ ਜਾ ਸਕੇ। ਨਿਊਯਾਰਕ ਟਾਈਮਜ਼ ਨੇ ਅੱਜ ਕਾਫੀ ਵੱਡਾ ਆਰਟੀਕਲ ਇਸ ਸੰਬੰਧ ਦੇ ਵਿੱਚ ਲਿਖਿਆ ਹੈਗਾ, ਕਿਉਂਕਿ ਉਹਨਾਂ ਨੇ ਇਹ ਕਿਹਾ ਆ ਵੀ ਟਰੰਪ ਹੁਣੀ ਇਹ ਕਹਿੰਦੇ ਆ ਵੀ ਇਮੀਗ੍ਰੇਸ਼ਨ ਜੋ ਉਸ ਨੂੰ ਕੱਟ ਕਰਨਗੇ ਲੀਗਲ ਤੇ ਇਲੀਗਲ ਡੇ 1 ਤੋਂ। ਜਿਹੜੇ ਫੋਰਨ ਬੋਰਨ ਰੈਜ਼ੀਡੈਂਟਸ ਆ ਉਹ ਕਹਿੰਦੇ ਵੀ ਫੋਨ ਧੜਾ ਧੜ ਕਰ ਰਹੇ ਆ ਇਮੀਗ੍ਰੇਸ਼ਨ ਅਟਾਰਨੀਜ਼ ਨੂੰ, ਪੈਨਿਕ ਹੋਏ ਆ ਬਹੁਤ ਲੋਕ ਵੀ ਕਿਸ ਤਰ੍ਹਾਂ ਇਸ ਤੋਂ ਬਚਿਆ ਜਾ ਸਕਦਾ ਜੀ। ਜਨਵਰੀ 20 ਤੋਂ ਪਹਿਲਾਂ ਪਹਿਲਾਂ ਕੋਈ ਕੇਸ ਅਪਲਾਈ ਕਰਨਾ ਜਾਂ ਕੁਝ ਵੀ ਕਰਨਾ ਹੈਗਾ ਆ ਉਹ ਕਿੱਦਾਂ ਕੀਤਾ ਜਾ ਸਕਦਾ। ਇਨਾ ਸਿਮਾਕੋਕਸੀ ਇੱਕ ਇਮੀਗ੍ਰੇਸ਼ਨ ਲਾਇਰ ਆ ਕੋਲੰਬਸ ਓਹਾਇਓ ਦੇ ਵਿੱਚ, ਉਹਨਾਂ ਨੇ ਇਹ ਕਿਹਾ ਵੀ ਹਰ ਇੱਕ ਬੰਦਾ ਸਕੇਅਰਡ ਹੈਗਾ ਆ ਤੇ ਸਾਨੂੰ 100 ਦੇ ਹਿਸਾਬ ਦੇ ਨਾਲ ਜਿਹੜੀਆਂ ਕਾਲਾਂ ਆ ਉਹ ਆ ਰਹੀਆਂ ਹੈਗੀਆਂ ਆ। ਜੇ ਟੋਟਲ ਦੱਸਦੇ ਜਾਈਏ 13 ਮਿਲੀਅਨ ਜੋ ਲੀਗਲ ਪਰਮਾਨੈਂਟ ਰੈਜ਼ੀਡੈਂਸੀ ਹੈਗੀ ਆ ਉਹਨਾਂ ਚੋਂ 11.3 ਮਿਲੀਅਨ ਅਨਡਾਕੂਮੈਂਟਡ ਲੋਕ 2022 ਦੇ ਵਿੱਚ ਸੀਗੇ। ਇਹ ਜਿਹੜਾ ਲੇਟੈਸਟ ਫਿਗਰ ਆਇਆ ਹੈਗਾ। ਇਸ ਤੋਂ ਬਿਨਾਂ H1B ਵੀਜ਼ੇ ਵਰਕਰ ਜਿਹੜੇ ਆ ਉਹ ਵੀ ਕਾਫੀ ਫਿਕਰਮੰਦ ਆ ਵੀ ਕੀ ਹੋਣਾ ਆ, ਤੇ ਜੋ ਡਾਕਾ ਵਾਲੇ ਆ ਉਹ ਵੀ ਬਹੁਤ ਫਿਕਰਮੰਦ ਹੈਗੇ। ਜੀ ਬਿਲਕੁਲ। ਸੋ ਇਮੀਗ੍ਰੇਸ਼ਨ ਇੱਕ ਵੱਡਾ ਜਿਹੜਾ ਮੁੱਦਾ ਰਿਹਾ ਕੈਂਪੇਨ ਦੇ ਵਿੱਚ, ਤੇ ਕੈਂਪੇਨ ਤੋਂ ਬਾਅਦ ਦੇ ਵਿੱਚ ਹੁਣ ਜਦੋਂ ਪ੍ਰਸ਼ਾਸਨ 'ਚ ਆਉਣਾ ਆ ਤਾਂ ਇਹ ਸੁਭਾਵਕ ਹੀ ਆ ਵੀ ਇਸ ਦੇ ਵਿੱਚ ਵੀ ਇਹਨਾਂ ਨੂੰ ਜਿਹੜਾ ਉਹ ਦੇਖਣਾ ਪੈਣਾ ਆ ਵੀ ਕੀ ਜਿਹੜਾ ਉਹ ਕੀਤਾ ਜਾਊਗਾ। ਸਦਰਨ ਬਾਰਡਰ ਨੂੰ ਤਾਂ ਇਹਨਾਂ ਨੇ ਸੀਲ ਕਰਨ ਵਾਲੀ ਗੱਲ ਕੀਤੀ ਆ। ਟੌਮ ਹੋਮਨ ਜਿਹੜੇ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਅੱਜ ਟੈਕਸਸ ਦੇ ਦੌਰੇ ਤੇ ਹੋਣੇ ਆ, ਉੱਥੇ ਉਹਨਾਂ ਨੇ ਜਾਣਾ ਆ। ਉਮੀਦ ਕਰਦੇ ਹਾਂ ਵੀ ਉੱਥੇ ਕੋਈ ਨਾ ਕੋਈ ਇਹਨਾਂ ਨੇ ਬਿਆਨ ਦੇਣਾ ਤੇ ਉਸ ਤੋਂ ਬਾਅਦ ਦੇ ਵਿੱਚ ਕੁਛ ਨਾ ਕੁਛ ਪਤਾ ਲੱਗੂਗਾ ਵੀ ਇਹ ਕੀ ਜਿਹੜਾ ਉਹ ਸੋਚ ਰਹੇ ਹੈਗੇ ਆ ਇਸ ਓਵਰਆਲ ਇਮੀਗ੍ਰੇਸ਼ਨ ਨੂੰ ਜਿਹੜਾ ਉਹ ਲੈ ਕੇ। ਕੈਨੇਡਾ ਤੋਂ ਆਪਾਂ ਨੂੰ ਇਹ ਵੀ ਪਤਾ ਆ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਦਾ ਆਉਣਾ ਵਧਿਆ ਹੈਗਾ ਆ, ਮੈਨੀਫੋਲਡ ਕਈ ਗੁਣਾ ਜਿਹੜੇ ਪਹਿਲਿਆਂ ਦੇ ਮੁਕਾਬਲੇ ਇਸ ਦੇ ਵਿੱਚ ਵਾਧਾ ਹੋਇਆ ਲੋਕਾਂ ਦਾ ਅਮਰੀਕਾ ਦੇ ਵਿੱਚ ਕੈਨੇਡਾ ਤੋਂ ਜਿਹੜਾ ਉਹ ਦਾਖਲ ਹੋਣ ਦੇ ਲਈ। ਸੋ ਹੁਣ ਜਿਹੜਾ ਇਮੀਗ੍ਰੇਸ਼ਨ ਕ੍ਰੈਕਡਾਊਨ ਆ ਉਹ ਆਪਾਂ ਐਕਸਪੈਕਟ ਜਿਹੜਾ ਉਹ ਕਰ ਰਹੇ ਹੈਗੇ ਆ। ਉੱਥੇ ਇੱਥੋਂ ਤੱਕ ਤਾਂ ਹਰਜੋਤ ਸਿੰਘ ਜੀ ਇਹ ਵੀ ਖਬਰ ਆਈ ਆ ਵੀ ਜਿਹੜੇ ਬਾਰਡਰਜ਼ਾਰ ਨੇ ਟੌਮ ਹੋਮਨ ਉਹਨਾਂ ਨੇ ਤਾਂ ਇਹ ਵੀ ਕਿਹਾ ਵੀ ਮੈਂ ਵਿਲਿੰਗ ਹੈਗਾ ਆ ਡੈਨਵਰ ਦੇ ਮੇਅਰ ਨੂੰ ਮੈਂ ਜੇਲ੍ਹ ਵੀ ਕਰ ਦਊਂਗਾ ਜੇ ਉਹਨੇ ਮੇਰੀਆਂ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਰੈਜ਼ਿਸਟ ਕੀਤਾ। So ਕਹਿੰਦੇ ਵੀ me and the Denver mayor we agree on one thing, he's willing to go to jail and I am willing to put him in jail. So Tom Homan ਨੇ ਕਿਹਾ। ਸੋ ਜਿੱਦਾਂ LA ਨੇ ਰੀਸੈਂਟਲੀ ਕੁਝ ਦਿਨ ਪਹਿਲਾਂ ਆਪਣਾ ਇੱਕ ਮਤਾ ਪਾਸ ਕੀਤਾ ਸੀ ਵੀ ਅਸੀਂ ਫੈਡਰਲ ਸਰਕਾਰ ਦੇ ਜਿਹੜੇ ਇਸ਼ੂਜ਼ ਨੂੰ ਲੈ ਕੇ ਫੈਡਰਲ ਸਰਕਾਰ ਦੇ ਜਿਹੜੀ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਲਾਗੂ ਕਰਨ ਦੇ ਵਿੱਚ ਬਿਲਕੁਲ ਵੀ ਮਦਦ ਜਿਹੜੀ ਉਹ ਨਹੀਂ ਕਰਾਂਗੇ। ਤਾਂ ਉਸ ਨੂੰ ਲੈ ਕੇ ਇਹ ਇੱਦਾਂ ਹੀ ਜਿਹੜਾ ਡੈਨਵਰ ਵਾਲਾ ਆਖ ਰਿਹਾ ਸੀ ਤੇ ਹੁਣ ਇਹਨੂੰ ਜੇਲ੍ਹ 'ਚ ਸੁੱਟਣ ਦੀ ਵੀ ਗੱਲ ਕਰ ਰਿਹਾ। ਸੋ ਇਹਦਾ ਮਤਲਬ ਸਿੰਘ ਬਹੁਤ ਜ਼ਿਆਦਾ ਫਸਨੇ ਆ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਲੈ ਕੇ, ਸੈਂਚੁਰੀ ਸਿਟੀਜ਼ ਦੇ ਨਾਲ ਜਾਂ ਸੈਂਚੁਰੀ ਸਟੇਟਸ ਦੇ ਨਾਲ। ਸੋ ਇਮੀਗ੍ਰੇਸ਼ਨ ਦਾ ਮੁੱਦਾ ਕਾਫੀ ਜਿਹੜਾ ਉਹ ਓਵਰਆਲ ਗਰਮਾਇਆ ਰਹਿਣਾ ਹੈਗਾ। ਅਮਰੀਕਾ ਦੇ ਵਿੱਚ ਜਿਹੜੀਆਂ ਯੂਨੀਵਰਸਿਟੀਜ਼ ਆ ਉਹਨਾਂ ਨੇ ਆਪਣੇ ਸਟੂਡੈਂਟਸ ਨੂੰ ਵਾਰਨਿੰਗ ਦਿੱਤੀ ਆ ਵੀ ਟਰੰਪ ਉਹਨਾਂ ਦੇ ਚਾਰਜ ਲੈਣ ਤੋਂ ਪਹਿਲਾਂ ਜਿਹੜੇ ਕੋਈ ਆਪਣੇ ਮੁਲਕਾਂ 'ਚ ਗਏ ਹੋਏ ਆ ਇੱਥੇ ਪਹੁੰਚ ਜਾਓ। 4 ਲੱਖ ਤੋਂ ਵੱਧ ਅਨਡਾਕੂਮੈਂਟਡ ਸਟੂਡੈਂਟ ਯੂਨੀਵਰਸਿਟੀਜ਼ ਦੀਆਂ ਜੋ ਹਾਇਰ ਐਜੂਕੇਸ਼ਨ ਆ ਉਹਦੇ ਵਿੱਚ ਐਨਰੋਲਡ ਹੈਗੇ ਆ ਹਾਇਰ ਐਡ ਇਮੀਗ੍ਰੇਸ਼ਨ ਪੋਰਟਲ ਦੇ ਮੁਤਾਬਕ। ਇਹ BBC ਰਿਪੋਰਟ ਕਰ ਰਿਹਾ ਹੈਗਾ।
ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਉਹ ਕੰਸਰਨਡ ਆ ਉਹਨਾਂ ਦੇ ਵੀਜ਼ੇ ਦੇ ਸੰਬੰਧ ਦੇ ਵਿੱਚ। ਨਵੰਬਰ ਮਹੀਨੇ 'ਚ ਸ਼ੁਰੂਆਤ 'ਚ ਯੂਨੀਵਰਸਿਟੀ ਆਫ ਮੈਸਾਚੂਸੈਟਸ ਨੇ ਟਰੈਵਲ ਐਡਵਾਈਜ਼ਰੀ ਵੀ ਇੰਟਰਨੈਸ਼ਨਲ ਸਟੂਡੈਂਟਸ ਦੇ ਫੈਕਲਟੀ ਨੂੰ ਜਾਰੀ ਕਰ ਦਿੱਤੀ ਸੀਗੀ ਭਈ 20 ਜਨਵਰੀ ਤੋਂ ਪਹਿਲਾਂ ਪਹਿਲਾਂ ਪਹੁੰਚ ਜਾਓ। ਟਰੰਪ ਹੁਣਾਂ ਨੇ ਜਦੋਂ ਪਹਿਲੀ ਵਾਰੀ ਪ੍ਰੈਜ਼ੀਡੈਂਟ ਬਣੇ ਸੀ ਉਹ 2017 'ਚ ਪਹਿਲੇ ਹਫ਼ਤੇ ਹੀ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ, ਜਿਹਦੇ ਵਿੱਚ ਉਹਨਾਂ ਨੇ ਮੁਸਲਿਮ ਨੇਸ਼ਨਸ ਕੁਛ ਤੇ ਨਾਰਥ ਕੋਰੀਆ ਤੇ ਵੈਨਜ਼ੂਏਲਾ ਦੇ ਜਿਹੜੇ ਲੋਕ ਆ ਉਹਨਾਂ ਨੂੰ ਐਂਟਰ ਕਰਨ ਤੋਂ ਬੈਨ ਕਰ ਦਿੱਤਾ ਸੀ। ਉਹਦੇ ਵਿੱਚ ਕਈ ਜਿਹੜੇ ਗ੍ਰੀਨ ਕਾਰਡ ਹੋਲਡਰ ਵੀ ਜਿਹੜੇ ਆ ਉਹ ਲੋਕ ਫਸ ਗਏ ਸੀਗੇ। ਮੈਸਾਚੂਸੇਟਸ ਇੰਸਟੀਚਿਊਟ ਆਫ ਟੈਕਨੋਲੋਜੀ ਤੇ ਵੈਸਲੀਅਨ ਯੂਨੀਵਰਸਿਟੀ ਇਹਨਾਂ ਨੇ ਦੋਨਾਂ ਨੇ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈਗੀ ਆ। ਯੇਲ ਯੂਨੀਵਰਸਿਟੀ ਨੇ ਵੀ ਇੱਕ ਜਿਹੜਾ ਵੈਬੀਨਾਰ ਆ ਇਸ ਸੰਬੰਧ ਦੇ ਵਿੱਚ ਕੀਤਾ ਹੈਗਾ ਤਾਂ ਕਿ ਜਿਹੜੇ ਸਟੂਡੈਂਟਸ ਆ ਉਹ ਪਹਿਲਾਂ ਹੀ ਇੱਥੇ ਪਹੁੰਚ ਜਾਣ। ਤੇ ਬਾਰਡਰ ਨੂੰ ਲੈ ਕੇ ਇਹ ਕੋਈ ਪਹਿਲੀ ਵਾਰੀ ਨਹੀਂ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਜਿਹੜਾ ਲੋਕਾਂ ਨੂੰ ਡਿਪੋਰਟ ਕਰਨਾ। ਕਹਿੰਦੇ ਪਈ ਪਿਛਲੇ ਐਡਮਿਨਿਸਟ੍ਰੇਸ਼ਨ 'ਚ ਉਹਨਾਂ ਨੇ 1.5 ਮਿਲੀਅਨ ਦੇ ਕਰੀਬ ਲੋਕ ਡਿਪੋਰਟ ਕੀਤੇ ਸੀ। ਬਾਈਡਨ ਹੋਣਾ ਦੇ ਟਾਈਮ ਤੇ ਵੀ ਕਹਿੰਦੇ ਲਗਭਗ ਇੰਨੇ ਕੁ ਹੋ ਗਏ, ਪਰ ਓਬਾਮਾ ਹੋਣਾ ਦੇ ਟਾਈਮ ਤੇ 3 ਮਿਲੀਅਨ ਲੋਕ ਜਿਹੜੇ ਡਿਪੋਰਟ ਹੋਏ ਸੀ। ਇਹ ਅੱਜ ਦੀ ਜਿਹੜੀ ਨਿਊਯਾਰਕ ਟਾਈਮ ਆ ਉਹ ਰਿਪੋਰਟ ਕਰ ਰਹੀ ਹੈਗੀ ਆ। ਕਹਿੰਦੇ ਵੀ ਟਰੰਪ ਹੋਣਾ ਨੇ ਕੈਂਪੇਨ ਦੇ ਦੌਰਾਨ ਪ੍ਰੋਮਿਸ ਕੀਤਾ ਸੀ ਵੀ ਮਾਸ ਡਿਪੋਰਟੇਸ਼ਨ ਹੋਊਗੀ ਤੇ ਨੈਸ਼ਨਲ ਐਮਰਜੈਂਸੀ ਡਿਕਲੇਅਰ ਕੀਤੀ ਜਾਊਗੀ ਤੇ ਯੂਐਸ ਮਿਲਟਰੀ ਨੂੰ ਯੂਜ਼ ਕੀਤਾ ਜਾਊਗਾ। ਉਹਨਾਂ ਦੇ ਟੌਪ ਦੇ ਇਮੀਗ੍ਰੇਸ਼ਨ ਐਡਵਾਈਜ਼ਰ ਸਟੀਫਨ ਮਿਲਰ ਉਹਨਾਂ ਨੇ ਇਹ ਕਿਹਾ ਵੀ ਆਲਰੇਡੀ ਸਾਨੂੰ ਟੈਕਸਸ ਸਟੇਟ ਨੇ ਕਹਿਤਾ ਆ ਵੀ 1000 ਏਕੜ ਦੇ ਵਿੱਚ ਤੁਸੀਂ ਡਿਟੈਂਸ਼ਨ ਸੈਂਟਰ ਬਣਾ ਸਕਦੇ ਹੋ ਜਿੱਥੇ ਇਲੀਗਲ ਲੋਕਾਂ ਨੂੰ ਫੜ ਕੇ ਰੱਖਿਆ ਜਾਊਗਾ ਤੇ ਉਹ ਤੋਂ ਬਾਅਦ ਜਿਹੜਾ ਆ ਡਿਪੋਰਟ ਕੀਤਾ ਜਾਊਗਾ। ਜੀ, ਹਾਲ ਦੀ ਘੜੀ ਇੰਡੀਆ ਨੂੰ ਉਹਨਾਂ ਨੇ ਟੈਰਿਫ ਵਾਲੇ ਪਲਾਨ ਤੋਂ ਬਾਹਰ ਜਿਹੜਾ ਆ ਉਹ ਰੱਖਿਆ ਆ। ਚਾਈਨਾ, ਮੈਕਸੀਕੋ ਤੇ ਕੈਨੇਡਾ ਦੇ ਉੱਤੇ ਜਿਹੜੀ ਆ ਉਹਨਾਂ ਨੇ ਨਜ਼ਰ ਜਿਹੜੀ ਉਹ ਰੱਖੀ ਆ। ਇੱਕ ਜਿਹੜੀ ਚੀਜ਼ ਆ ਵੀ ਹੁਣ ਅਡਾਨੀ ਦੇ ਚਾਰਜ ਹੋਣ ਦੇ ਨਾਲ ਟਰੰਪ ਹੋਣਾ ਦਾ ਇੰਡੀਆ ਨੂੰ ਲੈ ਕੇ ਕਿੱਦਾਂ ਦਾ ਰਹੂਗਾ ਉਹ ਵੇਖਣ ਵਾਲੀ ਗੱਲ ਆ। ਫਰਾਂਸ ਦੀਆਂ ਵੱਡੀਆਂ ਕੰਪਨੀਆਂ ਨੇ ਬੰਦ ਕਰਤਾ। ਜਿਹੜੀ ਕੀਨੀਆ ਦੀਆਂ ਕੰਪਨੀਆਂ ਨੇ ਜਿਹੜੀ ਅਡਾਨੀ ਦੇ ਨਾਲ ਸਮਝੌਤੇ ਸੀਗੇ ਉਹ ਰੱਦ ਕਰ ਦਿੱਤੇ ਆ। ਸੋ ਟਰੰਪ ਹੁਣੀ ਕੀ ਸੋਚਦੇ ਹੋਣਗੇ ਇਹ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਜਿਹੜਾ ਉਹ ਪਤਾ ਲੱਗੂਗਾ। ਬ੍ਰਿਕਸ ਦੇ ਬਾਰੇ ਟਰੰਪ ਹੁਣਾਂ ਦੇ ਆਉਣ ਦੇ ਨਾਲ ਬ੍ਰਿਕ ਦੇ ਉੱਤੇ ਕੀ ਅਸਰ ਪੈ ਸਕਦਾ ਆ ਉਹਦੇ ਬਾਰੇ ਇੱਕ ਜਿਹੜੇ ਬ੍ਰਾਜ਼ੀਲ ਦੇ ਐਨਾਲਿਸਟ ਹੋਜ਼ੇ ਜੂਆਨ ਸਾਂਚੇਜ਼ ਇਹ ਦੱਸਦੇ ਜੀ ਬ੍ਰਾਜ਼ੀਲ ਖੁਦ ਪਾਰਟ ਆ ਬ੍ਰਿਕਸ ਦੇ ਵਿੱਚ। ਬ੍ਰਿਕ ਦੇ ਵਿੱਚ ਪਹਿਲਾ ਬੀ ਜਿਹੜਾ ਉਹ ਬ੍ਰਾਜ਼ੀਲ ਦਾ ਹੀ ਆਉਂਦਾ ਆ। ਉਹਨਾਂ ਦਾ ਜਿਹੜਾ ਐਨਾਲਿਸਟ ਹੈ ਇੱਕ ਜਿਹੜੀ ਚੀਜ਼ ਉਹ ਕਰ ਰਿਹਾ ਸੀ, ਕਹਿੰਦਾ ਵੀ ਬ੍ਰਿਕ ਜਿਹੜਾ ਉਹਦੀ ਗਰੋਥ ਆ ਉਹ ਰਿਲਾਈ ਹੋਣੀ ਆ ਮਾਰਕੀਟ ਫੋਰਸਿਸ ਦੇ ਉੱਤੇ ਰਾਦਰ ਦੈਨ ਪੋਲੀਟੀਕਲ ਇਨਫਲੂਐਂਸ। ਪਰ ਕਹਿੰਦੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਵੀ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਬ੍ਰਿਕ ਪਲੱਸ ਆ ਉਸ ਨੂੰ ਐਕਸਪੈਂਸ਼ਨ ਨੂੰ ਵਧਣ ਨਹੀਂ ਦਊਗੀ, ਉਸ ਨੂੰ ਆਪਣੀ ਇਨਫਲੂਐਂਸ ਦੇ ਨਾਲ ਰੋਕਣ ਦੀ ਜਿਹੜੀ ਉਹ ਕੋਸ਼ਿਸ਼ ਵੀ ਕਰੂਗੀ। ਹੁਣ ਤੱਕ ਬ੍ਰਿਕ ਗਰੁੱਪ ਦੇ ਵਿੱਚ ਇਜਿਪਟ, ਇਰਾਨ, UAE, ਸਾਊਦੀ ਅਰੇਬੀਆ, ਇਥੀਓਪੀਆ ਉਹ ਜੁਆਇਨ ਕਰ ਚੁੱਕੇ ਆ। ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ ਤੋਂ ਬਾਅਦ ਦੇ ਵਿੱਚ 200 ਇਵੈਂਟਸ ਕਹਿੰਦੇ ਵੀ ਇਹਨਾਂ ਨੇ ਜਿਹੜੇ ਆ ਓਵਰਆਲ ਹੋਸਟ ਕੀਤੇ ਆ ਤਾਂ ਜੋ ਬ੍ਰਿਕ ਦੇ ਬਾਰੇ ਹੋਰ ਪਤਾ ਲੱਗੇ। ਪੁਤਿਨ ਤੇ ਬ੍ਰਿਕ ਵਾਲੇ ਉਹ ਤਾਂ ਕਹਿੰਦੇ ਵੀ ਅਸੀਂ ਡਾਲਰ ਦੇ ਨਾਲ ਸਿੱਧਾ ਮੱਥਾ ਲਾਉਣਾ ਆ, ਵੀ ਡਾਲਰ ਦੀ ਜਿਹੜੀ ਟੋਟਲ ਚਲੋ ਵੀ ਚੜਾਈ ਆ ਉਸ ਨੂੰ ਰੋਕਣਾ ਹੈ ਤੇ ਅਸੀਂ ਡਾਲਰ ਤੋਂ ਪਰੇ ਜਾਣਾ ਆ। ਪਰ ਪੁਤਿਨ ਜਿਹੜਾ ਇਹਨਾਂ ਦਾ ਰਿੰਗ ਲੀਡਰ ਆ ਬ੍ਰਿਕਸ ਦਾ ਉਹਨੇ ਕਿਹਾ ਵੀ ਰਸ਼ੀਆ ਜਿਹੜਾ US ਦੇ ਡਾਲਰ ਨੂੰ ਅਬੈਂਡਨ ਨਹੀਂ ਕਰ ਰਿਹਾ, ਉਹ ਛੱਡ ਨਹੀਂ ਰਿਹਾ, ਪਰ ਕਹਿੰਦੇ ਵੀ ਅਸੀਂ US ਦੀਆਂ ਫਾਈਨੈਂਸ਼ੀਅਲ ਅਥਾਰਟੀਜ਼ ਆ ਉਹਨੂੰ ਕ੍ਰਿਟਿਸਾਈਜ਼ ਕਰਦੇ ਆ। ਰੀਜ਼ਨ ਕੀ ਆ ਵੀ ਪੁਤਿਨ ਦੀ ਬਾਹ ਪੂਰੀ ਤਰ੍ਹਾਂ ਜਿਹੜੀ ਉਹ ਮਰੋੜ ਹੋਈ ਪਈ ਆ। ਸਵਿਫਟ ਦੇ ਵਿੱਚ ਉਹਨਾਂ ਨੂੰ ਕੱਢਿਆ ਪਿਆ ਆ। ਬੈਂਕਿੰਗ ਜਿਹੜੇ ਗਲੋਬਲ ਫਾਈਨੈਂਸ਼ੀਅਲ ਸਿਸਟਮਸ ਆ ਉਹਦੇ ਵਿੱਚੋਂ ਕੰਮ ਜਿਹੜਾ ਉਹਨਾਂ ਦਾ ਠੱਪ ਹੋਇਆ ਪਿਆ। ਡਾਲਰ ਜਾਂ ਜਿਹੜੀ ਵੀ ਉਹਨਾਂ ਨੇ ਇਨਵੈਸਟਮੈਂਟ ਕਿਸੇ ਹੋਰ ਥਾਵਾਂ ਦੇ ਉੱਤੇ ਕੀਤੀ ਆ ਜਾਂ ਡਾਲਰ ਲਗਾ ਕੇ ਰੱਖੇ ਆ ਜਿੱਥੇ ਜਿੱਥੇ ਮੁਲਕਾਂ 'ਚ ਉਹਨਾਂ ਤੱਕ ਇਹਨਾਂ ਦੀ ਜਿਹੜੀ ਹੁਣ ਪਹੁੰਚ ਜਿਹੜੀ ਉਹ ਨਹੀਂ ਹੋ ਰਹੀ। ਇਸ ਲਈ ਚਾਹੁੰਦੇ ਤਾਂ ਇਹੀ ਆ ਵੀ ਡਾਲਰ ਜਿਹੜਾ ਉਹ ਚੱਲਦਾ ਵੀ ਰਵੇ, ਪਰ ਕਹਿੰਦੇ ਵੀ ਰਵੇ ਵੀ ਸਾਡੇ ਤੋਂ ਜਿਹੜਾ ਉਹ ਡਰ ਕੇ। ਸੋ ਪਰ ਇਦਾਂ ਜਿਹੜਾ ਆ ਉਹ ਹੋਊਗਾ ਨਹੀਂ। ਜਿਹੜਾ ਅਮਰੀਕਨ ਡਾਲਰ ਆ ਉਹ ਇੱਕ ਬਹੁਤ ਵੱਡੀ ਇੱਕ ਹਿਸਾਬ ਦੇ ਨਾਲ ਸਭਿਅਤਾ ਆ, ਉਹ ਇੱਕ ਸਿਵਲਾਈਜੇਸ਼ਨ ਦੇ ਉੱਤੇ ਖੜਾ ਆ, ਬਹੁਤ ਵੱਡੇ ਵਿਚਾਰ ਦੇ ਨਾਲ ਆ। ਰੀਅਲ ਡੈਮੋਕ੍ਰੇਸੀ ਦੇ ਜਿਹੜੇ ਆਧਾਰ ਦੇ ਉੱਤੇ ਜਿਹੜਾ ਡਾਲਰ ਆ ਉਹ ਚੱਲ ਰਿਹਾ ਆ। ਸੋ ਪੁਤਿਨ ਹੁਣੀ ਆ ਕੇ ਜਾਂ ਬਾਕੀ ਜਿਹੜੇ ਮੁਲਕ ਆ ਉਹ ਆ ਕੇ ਇਸ ਤਰੀਕੇ ਦੇ ਨਾਲ ਉਸ ਨੂੰ ਟੌਪਲ ਕਰ ਸਕਣਗੇ। ਹਾਲ ਦੀ ਘੜੀ ਨਜ਼ਦੀਕੀ ਭਵਿੱਖ ਦੇ ਵਿੱਚ ਇਹ ਸੰਭਵ ਜਿਹੜਾ ਉਹ ਨਹੀਂ ਹੈਗਾ। ਸੋ ਲੈਟਸ ਸੀ ਕੀ ਹੁੰਦਾ ਆ। ਟਰੰਪ ਨੂੰ ਨੋ ਡਾਊਟ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾਂਦਾ ਜਾਂ ਉਹ ਇਸ ਤਰੀਕੇ ਦੇ ਨਾਲ ਆਪਣੀਆਂ ਗੱਲਾਂ ਕਰਕੇ ਪੇਸ਼ ਹੋ ਕੇ ਲੱਗਦਾ ਆ
ਵੀ ਉਹ ਫੁੱਲ ਔਨ ਅਥੋਰੀਟੇਰੀਅਨ ਜਿਹੜਾ ਉਹ ਚਾਹੁੰਦਾ ਆ। ਪਰ ਅਮੈਰੀਕਾ ਵੀ ਜਿਹੜੀਆਂ ਆਪਣੀਆਂ ਪਾਲਿਸੀਜ਼ ਆ ਉਹ ਇਸ ਹਿਸਾਬ ਦੇ ਨਾਲ ਵੀ ਚਲਾਉਂਦੀ ਆ, ਉਹ ਇਹ ਵੀ ਦੇਖਦੀ ਆ ਵੀ ਲੌਂਗ ਟਰਮ ਅਮੈਰੀਕਾ ਦੀ ਤੇ ਡਾਲਰ ਦੀ ਜਿਹੜੀ ਚੜ੍ਹਾਈ ਆ ਉਹ ਕਿਸ ਤਰੀਕੇ ਦੇ ਨਾਲ ਬਰਕਰਾਰ ਜਿਹੜੀ ਉਹ ਰਹੂਗੀ। ਇਸ ਮਾਮਲੇ ਦੇ ਵਿੱਚ ਟਰੰਪ ਤੋਂ ਸਗੋਂ ਉਮੀਦ ਜ਼ਿਆਦਾ ਰੱਖੀ ਜਾ ਸਕਦੀ ਆ ਵੀ ਜਿਹੜਾ ਡਾਲਰ ਆ ਉਸ ਦੀ ਸਰਦਾਰੀ ਨੂੰ ਕਾਇਮ ਰੱਖਣ ਦੇ ਲਈ ਉਹ ਸਖਤ ਕਦਮ ਜਿਹੜੇ ਉਹ ਚੱਕਣ ਦੇ ਲਈ ਰੈਡੀ ਹੋਣਗੇ, ਸਖਤ ਬਿਆਨ ਵੀ ਦੇਣਗੇ ਤੇ ਸਖਤ ਕਦਮ ਵੀ ਜਿਹੜੇ ਉਹ ਚੱਕ ਸਕਦੇ ਆ। ਸੋ ਬ੍ਰਿਕਸ ਨੂੰ ਰੋਕਣ ਦੇ ਲਈ, ਉਸ ਦੀ ਐਕਸਪੈਂਸ਼ਨ ਨੂੰ ਰੋਕਣ ਦੇ ਲਈ ਉਹ ਆਪਣਾ ਜਿਹੜਾ ਜ਼ੋਰ ਆ ਜ਼ਰੂਰ ਲਾਉਂਦੇ ਰਹਿਣਗੇ। ਤੇ ਖਾਸ ਕਰਕੇ ਹੁਣ ਇੰਡੀਆ ਵਰਗੇ ਮੁਲਕਾਂ ਨੂੰ ਵੀ ਦੇਖਣਾ ਪੈਣਾ ਵੀ ਜਿਹੜਾ ਦੋ ਬੇੜੀਆਂ ਦੇ ਸਵਾਰ ਹੋਏ ਪਏ ਆ, ਰੂਸ ਨਾਲ ਵੀ ਜੱਫੀਆਂ ਤੇ ਇੱਧਰ ਵੀ ਜਿਹੜੀਆਂ ਉਹ ਜੱਫੀਆਂ ਆ, ਵੀ ਉਸ ਦਾ ਮੋਦੀ ਹੋਣਾ ਦੇ ਉੱਤੇ ਜਾਂ ਇੰਡੀਆ ਦੇ ਉੱਤੇ ਕਿੱਦਾਂ ਅਸਰ ਹੋਊਗਾ। ਖਾਸ ਕਰਕੇ ਹੁਣ ਇਸ ਮੌਕੇ ਦੇ ਉੱਤੇ ਹਰਜੋਤ ਸਿੰਘ ਜੀ, ਜਦੋਂ ਅਮਰੀਕਾ ਦੇ ਵਿੱਚ ਅਡਾਨੀ ਦੇ ਉੱਤੇ $265 ਮਿਲੀਅਨ ਦੀ ਰਿਸ਼ਵਤ ਦੇਣ ਦੇ ਦੋਸ਼ ਨੇ ਤੇ ਉਸ ਤੇ ਉਲਟ ਅਰੈਸਟ ਵਾਰੰਟ ਜਿਹੜੇ ਉਹ ਜਾਰੀ ਹੋ ਚੁੱਕੇ ਨੇ ਜੀ। ਤੇ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਹੋਰ ਕੀ ਕੁਝ ਵਾਪਰ ਰਿਹਾ ਹੈਗਾ, ਖਾਸ ਕਰਕੇ ਪਾਕਿਸਤਾਨ ਦੇ ਵਿੱਚ ਵੀ, ਉਹ ਤੁਹਾਡੇ ਨਾਲ ਖਬਰਾਂ ਜਿਹੜੀਆਂ ਉਹ ਸਾਂਝੀਆਂ ਕਰਦੇ।
ब्रेक तो बाद एक बारी फिर आप सबका स्वागत है। सो तो प्रोग्राम चल रहा है जी इस टाइम अपडेट अमेरिका। हरजोत सिंह जी जी आਇਆਂ ਨੂੰ स्वागत है। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਗਲੀਆਂ ਖਬਰਾਂ ਵੱਲ ਚੱਲੀਏ ਜੋ ਪਾਕਿਸਤਾਨ ਤੋਂ ਆ ਰਹੀ ਹੈ। ਪਾਕਿਸਤਾਨ ਦੇ ਵਿੱਚ ਪਿਛਲੇ 24 ਘੰਟਿਆਂ ਤੋਂ ਕਾਫੀ ਜਿਹੜੀ ਆ ਹਲਚਲ ਚੱਲ ਰਹੀ ਹੈਗੀ ਆ। ਉੱਥੇ ਟੈਨਸ਼ਨ ਇਮਰਾਨ ਖਾਨ ਦੇ ਜਿਹੜੇ ਸਪੋਰਟਰਸ ਆ ਤੇ ਪਾਕਿਸਤਾਨ ਦੀ ਹੁਣ ਤਾਂ ਆਰਮੀ ਇਨਵੋਲਵ ਹੋ ਗਈ ਆ। ਸ਼ੂਟ ਆਊਟ ਆਰਡਰ ਵੀ ਜਾਰੀ ਕਰ ਦਿੱਤੇ ਗਏ ਆ। ਇਸਲਾਮਾਬਾਦ ਦੇ ਵਿੱਚ ਇਕੱਠ ਨਹੀਂ ਹੋ ਸਕਦਾ। ਕੁਝ ਲੋਕਾਂ ਦੀ ਮੌਤ ਵੀ ਹੋ ਗਈ ਆ ਜਿਨ੍ਹਾਂ ਦੇ ਵਿੱਚ ਸਿਕਿਉਰਿਟੀ ਫੋਰਸਸ ਵੀ ਹੈਗੇ ਆ। ਜਿਹੜੇ ਪ੍ਰੋਟੈਸਟਰਸ ਆ ਉਹ ਇਹ ਡਿਮਾਂਡ ਕਰ ਰਹੇ ਹੈਗੇ ਆ ਵੀ ਜੋ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਚੋਰੀ ਕੀਤੀ ਗਈ ਆ ਉਹ ਬਿਲਕੁਲ ਇਮਰਾਨ ਖਾਨ ਦੇ ਹੱਕ ਦੇ ਵਿੱਚ ਲੋਕਾਂ ਨੇ ਵੋਟ ਪਾਈ ਸੀ ਤੇ ਹੁਣ ਜਿਹੜੀ ਸਰਕਾਰ ਉਹ ਧੱਕੇ ਦੇ ਨਾਲ ਬਣ ਗਈ ਆ। ਤੇ ਇਮਰਾਨ ਖਾਨ ਦੀ ਵਾਈਫ ਪਿੱਛੇ ਜਿਹਾ ਬੁਸ਼ਰਾ ਬੀਬੀ ਜੋ ਉਸ ਨੂੰ ਛੱਡ ਦਿੱਤਾ ਗਿਆ ਸੀ ਉਹਦੇ ਤੇ ਵੀ ਕੇਸ ਪਾਇਆ ਸੀ ਤੇ ਉਹ ਇਸ ਪ੍ਰੋਟੈਸਟ ਨੂੰ ਲੀਡ ਕਰ ਰਹੀ ਹੈਗੀ ਆ। ਜਿਹੜੇ ਪ੍ਰੋਟੈਸਟ ਆ ਬਹੁਤ ਵੱਡਾ ਹੋ ਰਿਹਾ। ਕਹਿੰਦੇ ਵੀ ਇਸਲਾਮਾਬਾਦ ਨੂੰ ਪੂਰੀ ਤਰ੍ਹਾਂ ਜਿਹੜਾ ਆ ਲੋਕਾਂ ਨੇ ਘੇਰਿਆ ਹੋਇਆ ਆ ਤੇ ਜਿਹੜੇ ਪੈਰਾਮਿਲਟਰੀ ਫੋਰਸਿਸ ਤੇ ਜਿਹੜੀ ਫੌਜ ਆ ਉਹਨਾਂ ਨੇ ਸਾਰੇ ਰਸਤੇ ਤਿੰਨ ਕੰਟੇਨਰ ਉੱਚੇ ਰੱਖ ਕੇ ਜਿਹੜੇ ਆ ਬੰਦ ਕੀਤੇ ਹੋਏ ਹੈਗੇ। ਬਿਲਕੁਲ ਸੋ ਮੰਦਭਾਗੀ ਜਿਹੜੀ ਆ ਚੀਜ਼ਾਂ ਜਿਹੜੀਆਂ ਉੱਥੇ ਹੋ ਰਹੀਆਂ ਨੇ। ਇਮਰਾਨ ਖਾਨ ਦੇ ਨਾਲ ਵੀ ਧੱਕਾ ਜਿਹੜਾ ਉਹ ਬਥੇਰਾ ਇਸ ਦੇ ਵਿੱਚ ਹੋਇਆ ਆ। ਸੋ ਦੇਖੋ ਅੱਗੇ ਇਸ ਦੇ ਵਿੱਚ ਅੱਗੇ ਕੀ ਬਣਦਾ ਆ। ਹਾਲਾਤ ਉੱਥੇ ਦੇ ਲੋਕਾਂ ਦੇ ਪਹਿਲਾਂ ਹੀ ਬਹੁਤ ਮਾੜੇ ਨੇ। ਉਹ ਕੀ ਵਿਚਾਰੇ ਕਰਨਗੇ ਤੇ ਕੀ ਜਿਹੜਾ ਉਹਨਾਂ ਦੇ ਨਾਲ ਹੋਊਗਾ। ਇਹ ਔਖਾ ਹੀ ਆ ਕੰਮ ਉਹਨਾਂ ਦੇ ਲਈ। ਸੋ ਲੈਟਸ ਸੀ ਕੀ ਬਣਦਾ। ਪਰ ਇਸ ਟਾਈਮ ਲੋਕ ਸੜਕਾਂ ਤੇ ਆ ਗੁੱਸੇ ਦੇ ਨਾਲ ਸੜਕਾਂ ਤੇ ਜਿਹੜਾ ਉਹ ਪਹੁੰਚੇ ਹੋਏ ਆ ਤਾਂ ਜੋ ਜਿਹੜਾ ਆ ਵੀ ਉੱਥੇ ਕੁਛ ਨਾ ਕੁਛ ਜਿਹੜਾ ਉਹ ਬਦਲਾਵ ਆ ਸਕੇ। ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਕਰਦੇ ਜਾਈਏ ਤਾਂ ਇਸ ਟਾਈਮ ਜਿਹੜੀ ਸੀਜ਼ ਫਾਇਰ ਡੀਲ ਆ ਇਜ਼ਰਾਈਲ ਦੀ ਕੈਬਨਿਟ ਕਹਿੰਦੇ ਵੀ ਲੈਬਨਾਨ ਦੇ ਨਾਲ ਜਿਹੜੀ ਹਜ਼ਬੁੱਲਾ ਦੇ ਨਾਲ ਸੀਜ਼ ਫਾਇਰ ਡੀਲ ਆ ਉਸ ਦੇ ਉੱਤੇ ਅੱਜ ਵੋਟ ਕਰ ਸਕਦੀ ਆ। ਯੂਐਸ ਨੇ ਤਾਂ ਕੱਲ ਕਹਿਤਾ ਸੀ ਵੀ ਸੀਜ਼ ਫਾਇਰ ਡੀਲ ਤਕਰੀਬਨ ਤੈਅ ਆ। 60 ਦਿਨਾਂ ਦੇ ਲਈ ਜਿਹੜਾ ਇਹ ਸ਼ਾਂਤੀ ਸਮਝੌਤਾ ਆ ਉਹ ਹਜ਼ਬੁੱਲਾ ਤੇ ਇਜ਼ਰਾਈਲ ਦੇ ਦਰਮਿਆਨ ਹੋਣ ਜਾ ਰਿਹਾ ਆ। ਹੁਣ ਤੱਕ ਲਬਨਾਨ ਦੇ ਵਿੱਚ ਵੀ ਹਰਜੋਤ ਸਿੰਘ ਜੀ 3000 ਲੋਕਾਂ ਦੀ ਮੌਤ ਹੋ ਚੁੱਕੀ ਆ। ਬੰਦੇ ਨੂੰ ਲੱਗਦਾ ਹੀ ਨਹੀਂ ਆ ਨਮ ਹੋ ਜਾਈਦਾ ਆ। ਆਪਾਂ ਵੀ ਇੰਨੀਆਂ ਮੌਤਾਂ ਜਿਹੜੀਆਂ ਸੁਣ ਕੇ ਰਿਪੋਰਟ ਕਰਕੇ ਵੀ ਜਦੋਂ 40,000 ਤੋਂ ਵੱਧ 50,000 ਦੇ ਤਕਰੀਬਨ ਮੌਤਾਂ ਹਮਾਸ ਦੇ ਨਾਲ ਲੜਦਿਆਂ ਉੱਥੇ ਗਾਜ਼ਾ ਪੱਟੀ ਦੇ ਵਿੱਚ ਹੋ ਚੁੱਕੀਆਂ ਤੇ 3000 ਮੌਤਾਂ ਆਲਰੇਡੀ ਲੈਬਨਾਨ ਦੇ ਵਿੱਚ ਹੋ ਚੁੱਕੀਆਂ। 3000 ਮੌਤਾਂ ਹੋਈਆਂ ਸੀ ਜਦ ਅਲ ਕਾਇਦਾ ਨੇ ਵਰਲਡ ਟ੍ਰੇਡ ਸੈਂਟਰ ਦੇ ਵਿੱਚ ਜਿਹੜੇ ਜਹਾਜ਼ ਮਾਰੇ ਸੀਗੇ। ਹਮਲਾ ਜਿਹੜਾ ਅਮਰੀਕਾ ਦੇ ਉੱਤੇ ਕੀਤਾ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਦੇਖੋ ਕਿੱਦਾਂ ਹਾਹਾਕਾਰ ਮਚੀ ਸੀਗੀ। ਤੇ ਪਰ 40-50,000 ਗਾਜ਼ਾ ਦੇ ਲੋਕ ਮਰ ਗਏ। 3,000 ਜਿਹੜੇ ਲੈਬਨਾਨ ਚ ਮਰ ਗਏ ਪਰ ਕਈਆਂ ਦੇ ਜਿਹੜੇ ਉਹ ਕੰਨ ਤੇ ਜੂੰ ਤੱਕ ਵੀ ਜਿਹੜੇ ਉਹ ਨਹੀਂ ਸਰਕੇ। ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਤਾਂ ਅਰੈਸਟ ਵਾਰੰਟ ਭਾਵੇਂ ਜਾਰੀ ਕੀਤੇ ਨੇ ਨਿਤਨਿਆਹੂ ਦੇ ਤੇ ਉਸਦੇ ਜਿਹੜੇ ਉਹ ਸਾਥੀਆਂ ਦੇ ਪਰ ਕੋਈ ਇਸ ਚੀਜ਼ ਦੇ ਨਾਲ ਕੋਈ ਫਰਕ ਜਿਹੜਾ ਉਹ ਨਹੀਂ ਪੈ ਰਿਹਾ ਹੈਗਾ। ਅਮਰੀਕਾ ਵੀ ਉਸ ਦੇ ਵਿੱਚ ਸਾਥ ਨਹੀਂ ਦੇ ਰਿਹਾ ਹੈਗਾ। ਸੋ 60 ਦਿਨਾਂ ਦੀ ਸੀਜ਼ ਫਾਇਰ ਜਿਹੜਾ ਸਮਝੌਤਾ ਆ ਉਹ ਇਜ਼ਰਾਈਲ ਦਾ ਤੇ ਲੈਬਨਾਨ ਦਾ ਜਿਸ ਦੇ ਵਿੱਚ ਹਜ਼ਬੁੱਲਾ ਜਿੱਥੇ ਆਪਰੇਟ ਕਰ ਰਹੀ ਹੈ ਇਰਾਨ ਦਾ ਬੈਕਡ ਮਲੇਸ਼ੀਆ ਗਰੁੱਪ ਉਹਨਾਂ ਦੇ ਦਰਮਿਆਨ ਹੋ ਸਕਦਾ ਤੇ ਅੱਜ ਇਜ਼ਰਾਈਲ ਦੀ ਕੈਬਨਿਟ ਉੱਤੇ ਵੋਟ ਕਰੇਗੀ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਐਲੋਨ ਮਸਕ ਆ ਉਹਨਾਂ ਨੇ ਜੋ ਕੈਲੀਫੋਰਨੀਆ ਦੇ ਗਵਰਨਰ ਆ ਗੈਬਨ ਨਿਊਸਮ ਉਹਨਾਂ ਦੇ ਬਾਰੇ ਤੰਜ ਕੱਸਿਆ ਹੈਗਾ। ਉਹਨਾਂ ਨੇ ਕਿਹਾ ਵੀ ਜੋ ਗਵਰਨਰ ਗੈਬਨ ਨਿਊਸਮ ਨੇ ਸਟੇਟਮੈਂਟ ਜਾਰੀ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਜੇ ਪ੍ਰੈਜ਼ੀਡੈਂਟ ਟਰੰਪ ਹੁਣੀ $7500 ਦਾ ਜਿਹੜਾ ਟੈਕਸ ਹੈਗਾ ਆ ਇੱਕ ਇਨਸੈਂਟਿਵ ਦਿੰਦੇ ਆ ਟੈਕਸ ਕ੍ਰੈਡਿਟ ਦਿੰਦੇ ਆ ਜੇ ਇਲੈਕਟ੍ਰਿਕ ਕਾਰਾਂ ਤੁਸੀਂ ਖਰੀਦੋ ਉਹ ਉਸ ਨੂੰ ਬੰਦ ਕਰਨ ਜਾ ਰਹੇ ਆ।
ਤੇ ਜੇ ਉਹ ਬੰਦ ਕਰਨਗੇ ਤੇ ਅਸੀਂ ਕੈਲੀਫੋਰਨੀਆ ਸਟੇਟ ਵੱਲੋਂ, ਜਿਹੜਾ ਕੈਲੀਫੋਰਨੀਆ ਦਾ 에ਅਰ ਰਿਸੋਰਸਸ ਬੋਰਡ ਆ, ਉਹਦੇ ਵੱਲੋਂ ਕੈਲੀਫੋਰਨੀਆ ਕਲੀਨ ਵਹੀਕਲ ਰਿਬੇਟ ਪ੍ਰੋਗਰਾਮ ਦੇ ਅੰਡਰ $2500 ਤੋਂ ਵੱਧ ਜੋ ਆ ਇਲੈਕਟ੍ਰਿਕ ਕਾਰਾਂ ਦੇ ਉੱਤੇ ਰੀਬੇਟ ਦੇਵਾਂਗੇ, ਪਰ ਉਹਦੇ ਵਿੱਚ ਟੈਸਲਾ ਕਾਰਾਂ ਜਿਹੜੀਆਂ ਆ ਉਹ ਇਨਕਲੂਡ ਨਹੀਂ ਹੋਣਗੀਆਂ। 42% ਤੋਂ ਵੱਧ ਜਿਹੜੀ ਰੀਬੇਟ ਆ ਉਹ ਜਿਹੜੇ ਲੋਕ ਟੈਸਲਾ ਖਰੀਦਦੇ ਆ ਜਾਂ ਲੀਜ਼ ਕਰਦੇ ਆ, ਉਹਨਾਂ ਨੂੰ ਜਿਹੜੀ ਇਹ ਰੀਬੇਟ ਮਿਲਦੀ ਰਹੀ ਆ, ਜੋ ਪਹਿਲਾਂ ਵਹੀਕਲ ਰੀਬੇਟ ਪ੍ਰੋਗਰਾਮ ਸੀਗਾ ਕੈਲੀਫੋਰਨੀਆ 에ਅਰ ਰਿਸੋਰਸਸ ਬੋਰਡ ਵੱਲੋਂ। ਸੋ ਸਪੈਸ਼ਲ ਸੈਸ਼ਨ ਦੀ ਮੰਗ ਕੀਤੀ ਗਈ ਹੈ ਗਵਰਨਰ ਗੈਬਨ ਨਿਊਸਮ ਵੱਲੋਂ। ਕਹਿੰਦੇ ਪਈ ਟਰੰਪ ਪ੍ਰੂਫ ਸਟੇਟ ਲਾਜ਼ ਕਿਸ ਤਰ੍ਹਾਂ ਆਪਾਂ ਉਹਨਾਂ ਨੂੰ ਕੰਟਰੋਲ ਕਰ ਸਕਦੇ ਹੈਗੇ ਅਟਾਰਨੀ ਜਨਰਲ ਦੇ ਆਫਿਸ ਦੇ ਨਾਲ ਰਲ ਕੇ। ਟਰੰਪ ਉਹਨਾਂ ਨੇ ਨਿਊਸਮ ਨੂੰ ਸੋਸ਼ਲ ਮੀਡੀਆ ਦੇ ਉੱਤੇ ਕ੍ਰਿਟੀਸਾਈਜ਼ ਵੀ ਕੀਤਾ ਆ ਵੀ ਇਹ ਜਿਹੜਾ ਸਪੈਸ਼ਲ ਸੈਸ਼ਨ ਕੈਲੀਫੋਰਨੀਆ ਵਾਲੇ ਕਰ ਰਹੇ ਹੈਗੇ ਆ, ਇਹਨਾਂ ਨੂੰ ਜਿਹੜਾ ਸੈਸ਼ਨ ਆ ਉਹ ਹੋਮਲੈਸਨੈਸ ਤੇ ਕਾਸਟ ਆਫ ਲਿਵਿੰਗ ਇਨ ਕੈਲੀਫੋਰਨੀਆ ਉਹਦੇ ਉੱਤੇ ਕਰਨਾ ਚਾਹੀਦਾ ਹੈਗਾ। ਤੇ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਨਿਊਸਮ ਜੋ ਆ ਉਹ ਜੋ ਕੁਝ ਵਧੀਆ ਚੀਜ਼ ਬਣ ਰਿਹਾ ਹੈਗਾ, ਵਧੀਆ ਕੰਮ ਹੋਣਾ ਚਾਹੀਦਾ, ਉਹ ਉਸਨੇ ਰੋਕਿਆ ਹੈਗਾ ਆ। ਉਸ ਨੂੰ ਵਰਕਆਊਟ ਕਰਨਾ ਚਾਹੀਦਾ ਮੇਕ ਕੈਲੀਫੋਰਨੀਆ ਗ੍ਰੇਟ ਅਗੇਨ ਦੇ ਉੱਤੇ। ਸੋ ਦੋਨਾਂ ਦੇ ਵਿੱਚ ਕਾਫੀ ਰਿਫਟ ਚੱਲਦੀ ਆ, ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਪਰ ਐਲੋਨ ਮਸਕ ਅੱਜ ਕੱਲ ਟਰੰਪ ਉਹਨਾਂ ਦਾ ਰਾਈਟ ਹੈਂਡ ਮੈਨ ਆ। 2021 ਦੇ ਵਿੱਚ ਐਲੋਨ ਮਸਕ ਉਹਨਾਂ ਨੇ ਆਪਣਾ ਜਿਹੜਾ ਟੈਸਲਾ ਦਾ ਹੈੱਡਕੁਆਟਰ ਆ ਉਹ ਪਾਲੋ ਆਲਟੋ ਕੈਲੀਫੋਰਨੀਆ ਤੋਂ ਆਸਟਨ ਟੈਕਸਸ ਦੇ ਵਿੱਚ ਮੂਵ ਕਰ ਲਿਆ ਸੀਗਾ। ਤੇ ਇੱਕ ਵਾਰੀ ਇਹ ਵੀ ਥ੍ਰੈਟ ਦਿੱਤੀ ਸੀ ਵੀ ਆਪਾਂ ਜੋ ਫਰੀਮੌਂਟ 'ਚ ਉਹਨਾਂ ਦਾ ਪਲਾਂਟ ਆ ਉਹ ਵੀ ਮੂਵ ਕਰ ਲਾਂਗੇ। ਇਸ ਤੋਂ ਬਿਨਾਂ ਜੁਲਾਈ ਮਹੀਨੇ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਉਹ ਸਪੇਸ ਐਕਸ ਨੂੰ ਜਿਹੜਾ ਉਹ ਵੀ ਕੈਲੀਫੋਰਨੀਆ ਤੋਂ ਟੈਕਸਸ ਦੇ ਵਿੱਚ ਮੂਵ ਕਰਨ ਜਾ ਰਹੇ ਹੈਗੇ ਆ। ਸੋ ਦੇਖਦੇ ਆ ਵੀ ਕੈਲੀਫੋਰਨੀਆ ਦਾ ਸਟੇਟ ਦਾ ਤੇ ਜਿਹੜਾ ਫੈਡਰਲ ਦਾ ਜਿਹੜਾ ਰਿਲੇਸ਼ਨ ਆ ਉਹ ਆਉਣ ਵਾਲੇ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਕਿੱਦਾਂ ਦਾ ਰਹੂਗਾ। ਜੀ ਛੋਟੀ ਜੀ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਆਰਟਿਕ ਸਟਾਰਮ ਉਸ ਦੀ ਜਿਹੜੀ ਉਹ ਆਪਾਂ ਗੱਲ ਕਰਦੇ ਹਾਂ। ਥੈਂਕਸ ਗਿਵਿੰਗ ਵੀਕਐਂਡ ਜਿਹੜਾ ਉਹ ਆ ਰਿਹਾ, ਥੈਂਕਸ ਗਿਵਿੰਗ ਆ ਰਹੀ ਆ, ਬਹੁਤ ਸਾਰੇ ਲੋਕਾਂ ਨੇ ਟਰੈਵਲ ਕਰਨਾ, ਕੀ ਅਸਰ ਪੈ ਸਕਦੇ ਆ ਉਸ ਬਾਰੇ ਕਰਦੇ ਆ ਆਪਾਂ ਚਰਚਾ।
ब्रेक तो बाद एक बारी फिर आप सबका स्वागत है। सो तो प्रोग्राम चल रहा है जी अपना इस मौके अपडेट अमेरिका। हरजोत सिंह जी एक बारी फिर जी आਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਆਰਟਿਕ ਸਟਾਰਮ ਦੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਥੈਂਕਸਗਿਵਿੰਗ ਵੀਕਐਂਡ ਆ, ਮਿਲੀਅਨਸ ਲੋਕਾਂ ਨੇ ਰੋਡ ਦੇ ਉੱਤੇ ਹੋਣਾ ਜਾਂ ਫਲਾਈ ਕਰਨਾ ਆ। ਪਰ ਦੋ ਜਿਹੜੇ ਸਟਾਰਮ ਇਸ ਟਾਈਮ ਵੈਸਟ ਤੇ ਈਸਟ ਕੋਸਟ ਦੇ ਵਿੱਚ ਅਜਿਹੇ ਆ ਰਹੇ ਆ ਜਿਸ ਕਰਕੇ ਲੋਕਾਂ ਦੇ ਇਹਨਾਂ ਪਲਾਨਸ ਦੇ ਉੱਤੇ ਪਾਣੀ ਜਾਂ ਬਰਫ਼ ਜਿਹੜੀ ਉਹ ਫਿਰ ਸਕਦੀ ਆ। ਕਈ ਜਿਹੜੇ ਫੋਰਕਾਸਟਰਸ ਆ ਉਹ ਕਹਿ ਰਹੇ ਆ ਵੀ ਇਟਸ ਗੋਨਾ ਬੀ ਅ ਕੋਲਡ ਵਨ, ਵੀ ਕਾਫੀ ਜ਼ਿਆਦਾ ਜਿਹੜੀ ਆ ਉਹ ਠੰਡ ਆਉਣ ਜਾ ਰਹੀ ਆ। ਨਿਊਯਾਰਕ ਏਰੀਏ ਦੇ ਜਿਹੜੇ ਵੱਡੇ ਏਅਰਪੋਰਟ ਆ, ਚਾਹੇ ਨਿਊਯਾਰਕ ਆ, ਜੌਨ ਐਫ ਕੈਨੇਡੀ ਆ, ਲਗਾਰਡੀਆ ਆ, ਉਹਨਾਂ ਨੇ ਜਿਹੜਾ ਉਹ ਕਿਹਾ ਸੀਗਾ ਵੀ ਜਿਹੜਾ ਗਰਾਊਂਡ ਸਟਾਪ ਕਰ ਸਕਦੇ ਨੇ 10 ਵਜੇ ਤੱਕ ਰਾਤ ਨੂੰ, ਜਿਹਦੇ ਨਾਲ ਪੈਸੇਂਜਰਸ ਆ ਉਹ ਇੱਕਦਮ ਉਹਨਾਂ ਦੀ ਆਵਾਜਾਈ ਜਿਹੜੀ ਉਹ ਠੱਪ ਹੋ ਜਾਵੇਗੀ। ਗਰਾਊਂਡ ਡਿਲੇ ਆਲਰੇਡੀ ਬੋਸਟਨ ਲੋਗਨ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਕੀਤਾ ਗਿਆ ਆ। ਲੋ ਸੀਲਿੰਗਸ ਦੇ ਜਿਹੜਾ ਉਹ ਚੱਲਦੇ ਆ, ਇਹਦਾ ਮਤਲਬ ਆ ਵੀ ਲੋ ਐਲਟੀਟਿਊਡ ਤੇ ਵਿਜ਼ਿਬਿਲਿਟੀ ਦਾ ਜਿਹੜਾ ਕਾਫੀ ਜ਼ਿਆਦਾ ਪ੍ਰੋਬਲਮ ਦੇ ਕਰਕੇ ਉਹਨਾਂ ਨੂੰ ਕੀਤਾ ਗਿਆ ਆ। ਫਰੀਜ਼ਿੰਗ ਹੌਲੀਡੇ ਵੈਦਰ ਹੋਊਗਾ ਗ੍ਰੇਟ ਪਲੇਨਸ ਦੇ ਵਿੱਚ, ਜਿੱਥੇ ਜਿਹੜਾ ਟੈਂਪਰੇਚਰ ਆ ਓਨਲੀ ਹਾਈ 20s ਦੇ ਵਿੱਚ, ਟੀਨਸ ਤੇ 20s ਦੇ ਵਿੱਚ ਜਿਹੜਾ ਹੋ ਰਹੂਗਾ। ਸੋ ਬਿਲੋ ਫਰੀਜ਼ਿੰਗ ਟੈਂਪਰੇਚਰ ਗ੍ਰੇਟ ਪਲੇਨਸ ਦੇ ਵਿੱਚ ਰਹਿਣ ਜਾ ਰਿਹਾ ਹੈਗਾ ਆ। ਸੋ ਇੱਧਰ ਕੈਲੀਫੋਰਨੀਆ ਦੇ ਵਿੱਚ, ਗ੍ਰੇਟ ਬੇਸਿਨ ਦੇ ਵਿੱਚ, ਰੌਕੀਜ਼ ਦੇ ਵਿੱਚ ਐਟਮੋਸਫੇਰਿਕ ਰਿਵਰ ਇਵੈਂਟ ਜਿਹੜੀ ਉਹ ਚੱਲ ਰਹੀ ਆ, ਜਿਹਦੇ ਨਾਲ ਬਹੁਤ ਭਾਰੀ ਮੀਂਹ ਤੇ ਬਰਫ਼ਬਾਰੀ ਇਸ ਟਾਈਮ ਪੈ ਰਹੀ ਆ। ਸਿਆਰਾ ਨਵਾਡਾਸ ਦੇ ਵਿੱਚ, ਸਦਰਨ ਸਿਆਰਾ ਨਵਾਡਾਸ ਦੇ ਵਿੱਚ 3-3 ਫੁੱਟ ਤੱਕ ਜਿਹੜੀ ਬਰਫ਼ਬਾਰੀ ਦੀਆਂ ਕਿਆਸਰਾਈਆਂ ਜਿਹੜੀਆਂ ਉਹ ਲਾਈਆਂ ਗਈਆਂ ਨੇ। ਉਧਰ ਮਿਸ਼ੀਗਨ ਵਾਲੇ ਇਲਾਕਿਆਂ ਦੇ ਵਿੱਚ, ਪੈਨਿਸੂਲਾ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਉੱਥੇ ਵੀ 4 ਤੋਂ 8 ਇੰਚ ਤੱਕ ਜਿਹੜੀ ਸਨੋ ਆ ਉਹ ਹੋਵੇਗੀ। ਇਸ ਵਾਰ ਕਹਿੰਦੇ ਵੀ ਜੇ ਤੁਸੀਂ ਮੇਸੀ ਦੀ ਥੈਂਕਸਗਿਵਿੰਗ ਪਰੇਡ ਦੇ ਵਿੱਚ ਹਿੱਸਾ ਲੈਣਾ ਆ ਤਾਂ ਛਤਰੀਆਂ ਲੈ ਕੇ ਜਾਇਓ। ਬਰਫ਼ਬਾਰੀ ਤੇ ਮੀਂਹ ਜਿਹੜੀ ਪੈਣ ਦੀ ਸੰਭਾਵਨਾ ਜਿਹੜੀ ਉਹ ਆਲਰੇਡੀ ਉੱਥੇ ਦੱਸੀ ਗਈ ਆ। ਤੇ ਬਲੈਕ ਫਰਾਈਡੇ ਵਾਲੇ ਦਿਨ ਵੀ ਕਹਿੰਦੇ ਵੀ ਜਿਹੜੇ ਖਰੀਦਦਾਰੀ ਕਰਨ ਵਾਲੇ ਲੋਕ ਆ ਉਹ ਵੀ ਬਚਣਗੇ ਨਹੀਂ। ਗ੍ਰੇਟ ਪਲੇਨਸ ਦੇ ਵਿੱਚ ਜਿੱਦਾਂ ਤੁਹਾਨੂੰ ਦੱਸਿਆ ਵੀ 15 ਤੋਂ 25 ਡਿਗਰੀ ਬਿਲੋ ਐਵਰੇਜ ਟੈਂਪਰੇਚਰਸ ਜਿਹੜੇ ਆ ਉੱਥੇ ਜਾਣਗੇ। ਸੋ ਰੋਡਸ ਦੇ ਵਿੱਚ ਖਾਸ ਤੌਰ ਦੇ ਉੱਤੇ ਜ਼ਿਕਰ ਕੀਤਾ ਗਿਆ ਹੈ ਵੀ ਜਿਹੜੀਆਂ ਇੰਟਰਸਟੇਟ 55, 64, 65, 75 ਤੇ 80 ਇਹ ਅੱਜ ਦੇ ਦਿਨ ਤੇ ਥੈਂਕਸਗਿਵਿੰਗ ਡੇ ਵਾਲੇ ਦਿਨ ਇਹਨਾਂ ਦੇ ਉੱਤੇ ਆਵਾਜਾਈ ਜਿਹੜੀ ਉਹ ਵੱਡੇ ਪੱਧਰ ਦੇ ਉੱਤੇ ਪ੍ਰਭਾਵਿਤ ਜਿਹੜੀ ਹੋਊਗੀ। ਭਾਰੀ ਮੀਂਹ ਤੇ ਭਾਰੀ ਬਰਫ਼ ਦੇ ਕਰਕੇ I-95 ਦੇ ਉੱਤੇ ਵੀ ਜਿਹੜਾ ਉਹ ਮਾੜਾ ਅਸਰ ਜਿਹੜਾ ਟ੍ਰੈਫਿਕ ਦੇ ਕਰਕੇ ਦੇਖਿਆ ਜਾਵੇਗਾ। ਸੋ ਬੇਸਿਕਲੀ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਇਸ ਥੈਂਕਸਗਿਵਿੰਗ ਦੇ ਉੱਤੇ ਇਸ ਵੀਕ ਦੇ ਵਿੱਚ ਈਸਟ ਟੂ ਵੈਸਟ ਕੋਸਟ ਸਾਰੇ ਹੀ ਜਿਹੜੇ ਅਮਰੀਕਾ ਦੇ ਵਿੱਚ ਕੋਈ ਨਾ ਕੋਈ ਵੈਦਰ ਇਵੈਂਟ ਜਿਹੜਾ ਆ ਉਹ ਚੱਲ ਰਿਹਾ ਹੋਊਗਾ, ਜਿਸ ਦੇ ਕਰਕੇ ਕਈ ਲੋਕ ਆਪਣੇ ਪਰਿਵਾਰਾਂ ਨੂੰ ਮਿਲਣ ਦੇ ਵਿੱਚ ਜਿਹੜੇ ਉਹ ਕਾਮਯਾਬ ਨਹੀਂ ਹੋਣਗੇ।
ਪਰ ਚਲੋ ਇਹ ਆ ਵੀ ਮੇਕ ਸ਼ੋਰ ਕਰੋ ਵੀ ਫਸਿਓ ਨਾ ਕਿਤੇ ਇਹੋ ਜਿਹੀ ਥਾਵਾਂ ਦੇ ਉੱਤੇ ਜਿੱਥੇ ਵੀ ਤੁਸੀਂ ਟਰੈਵਲ ਕਰਨਾ ਆ ਮੇਕ ਸ਼ੋਰ ਕਰੋ ਵੀ ਸਾਰਾ ਜਿਹੜਾ ਉਹ ਪਤਾ ਕਰਕੇ ਹੀ ਜਿਹੜਾ ਉਹ ਨਿਕਲੋ। ਬਾਕੀ ਟਰੈਵਲ ਕਰਨ ਵਾਲੇ ਜਹਾਜ਼ ਦੇ ਨਾਲ ਟਰੈਵਲ ਕਰਨ ਵਾਲੇ ਉਹ ਰੈਡੀ ਰਹੋ, ਤੁਹਾਡੇ ਡਿਲੇ ਜਾਂ ਫਲਾਈਟ ਕੈਂਸਲੇਸ਼ਨਸ ਜਿਹੜੀਆਂ ਉਹ ਹੋ ਸਕਦੀਆਂ ਨੇ। ਜੀ ਇਹ ਆਪਾਂ ਇਜਾਜ਼ਤ ਲੈਂਦੇ ਹਾਂ। ਇਜਾਜ਼ਤ ਤੋਂ ਪਹਿਲਾਂ ਬਾਕੀ ਦੇ ਜਿਹੜੇ ਪ੍ਰੋਗਰਾਮ ਆ ਉਹਨਾਂ ਬਾਰੇ ਦੱਸਦੇ ਜਾਓ। ਜੀ ਬਿਲਕੁਲ, ਇਸ ਤੋਂ ਅਗਲਾ ਪ੍ਰੋਗਰਾਮ ਆਵੇਗਾ ਮਸੂਦ ਮੱਲੀ ਹੁਣਾਂ ਦੇ ਨਾਲ, ਮੈਂ ਆਵਾਂਗਾ ਨਾਲ ਹਨੇਰੀਆਂ ਦੇ। ਉਸ ਤੋਂ ਬਾਅਦ 'ਚ ਨਜ਼ਰੀਆ ਪ੍ਰੋਗਰਾਮ 11:30 ਤੋਂ ਲੈ ਕੇ 1 ਵਜੇ ਤੱਕ, 1 ਤੋਂ 2 ਵਜੇ ਦੇ ਵਿੱਚ ਕੁਝ ਗੱਲਾਂ ਕੁਝ ਗੀਤ, 2 ਤੋਂ 2:30 ਦੇ ਵਿੱਚ ਮਨਦੀਪ ਪੁਨੀਆ ਦੇ ਨਾਲ ਬਿਯੋਂਡ ਦਾ ਹੈਡਲਾਈਨ, 2:30 ਤੋਂ 3 ਵਜੇ ਦੇ ਵਿੱਚ ਪ੍ਰੋਗਰਾਮ ਰਿਸ਼ਤੇ ਹੀ ਰਿਸ਼ਤੇ, 3 ਤੋਂ 4 ਅੱਜ ਪ੍ਰੋਗਰਾਮ ਅਪਡੇਟ ਫਾਰਮਿੰਗ ਖੇਤੀਬਾੜੀ ਦਾ ਖਾਸ ਪ੍ਰੋਗਰਾਮ ਹੋਵੇਗਾ ਤੇ 4 ਤੋਂ ਲੈ ਕੇ 5:30 ਵਜੇ ਤੱਕ ਸਿਹਤ ਸੰਭਾਲ ਘਰੇਲੂ ਨੁਸਖੇ ਹੋਮ ਰੈਮਡੀਜ਼ ਦਾ ਜਿਹੜਾ ਮੰਗਲਵਾਰ ਦਾ ਪ੍ਰੋਗਰਾਮ ਜਿਹਦੇ ਵਿੱਚ ਕਾਲਸ ਲਈਆਂ ਜਾਂਦੀਆਂ ਆ ਉਹ ਤੁਸੀਂ ਕਰ ਸਕਦੇ। ਇਹ ਕੈਲੀਫੋਰਨੀਆ ਟਾਈਮ ਜਿਹੜੇ ਵੀ ਤੁਹਾਨੂੰ ਮੈਂ ਦੱਸ ਰਿਹਾ ਉਹ ਸਾਰੇ ਉਹ ਨੇ ਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ, ਜਿੱਥੇ ਸ਼ਾਮ ਦੇ ਦੀਵਾਨ ਆਪਾਂ ਸਰਵਣ ਕਰਾਂਗੇ ਗੁਰਦੁਆਰਾ ਸਾਹਿਬ ਸਿੰਘ ਸਭਾ ਬਲਪੀਟਸ ਤੋਂ, ਤੇ ਫਿਰ 8 ਤੋਂ 8:30 ਦੀਪਕ ਸ਼ਰਮਾ ਚਨਾਰਥਲ ਦੇ ਨਾਲ ਪੰਜਾਬੀ ਖਬਰਾਂ ਦਾ ਬੁਲੇਟਿਨ ਖਬਰ ਤੇ ਨਜ਼ਰ ਜਿਹੜਾ ਹੋਊਗਾ, ਤੇ ਉਸ ਤੋਂ ਉਪਰੰਤ 10 ਵਜੇ ਤੱਕ ਪ੍ਰੋਗਰਾਮ ਕਦੀ ਇਤਿਹਾਸ ਬੋਲਵੇ ਮਸੂਦ ਮੱਲੀ ਹੁਣਾਂ ਦੇ ਨਾਲ, ਤੇ ਉਸ ਤੋਂ ਬਾਅਦ ਦੇ ਵਿੱਚ ਵੀ ਜਿਹੜੇ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਚੱਲਦੇ ਰਹਿਣਗੇ। ਹੁਣ ਲਵਾਂਗੇ ਤੁਹਾਡੇ ਤੋਂ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।